ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਦਾ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 13 ਸਤੰਬਰ। ਸਮਾਂ ਜੀ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਖਾਸ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ ਆਸਟਰੀਆ ਤੋਂ ਸਰਦਾਰ ਜਸਪਾਲ ਸਿੰਘ ਪਲਾਹੀ ਹੋਰਾਂ ਨੇ, ਜਿਨ੍ਹਾਂ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਸ਼ਾਦੀ ਸਮਾਗਮਾਂ ਜਿਹੜਾ ਵਿਆਹ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਨਾਲ ਸੰਬੰਧਿਤ ਖੁਸ਼ੀ ਮਨਾਉਂਦੇ ਹੋਏ ਇਹ ਪ੍ਰੋਗਰਾਮ ਸਪਾਂਸਰ ਕੀਤਾ ਹੈ। ਸੋ ਬਹੁਤ ਸੌਰੀ ਜਸਵੰਤ ਪਲਾਹੀ ਜੀ, ਮੈਂ ਮਾਫੀ ਚਾਹੁੰਦਾ, ਜਸਵੰਤ ਪਲਾਹੀ ਜੀ ਵੱਲੋਂ ਇਹ ਪ੍ਰੋਗਰਾਮ ਜਿਹੜਾ ਜੀ ਸਪਾਂਸਰ ਕੀਤਾ ਗਿਆ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਦੇ ਵਿੱਚ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਕੁਛ ਵਪਾਰਕ ਸੁਨੇਹੇ ਲੈਣੇ ਆ ਤੇ ਫਿਰ ਹਾਜ਼ਰ ਹੁੰਨੇ ਆ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 855660 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। 2020 CDL ਡਰਾਈਵਿੰਗ ਸਕੂਲ ਵਾਲਿਆਂ ਦਾ ਦਾਅਵਾ ਜੀ, ਕਹਿੰਦੇ ਕਿ ਸਾਡੇ ਕੋਲੇ ਆਓ ਤੇ ਅਸੀਂ ਤੁਹਾਨੂੰ ਬਹੁਤ ਵਧੀਆ ਡਰਾਈਵਿੰਗ ਸਿਖਾਵਾਂਗੇ। ਸਕੂਲ ਬੱਸ ਡਰਾਈਵਿੰਗ ਦਾ ਵੀ ਕਹਿੰਦੇ 7 ਦਿਨ ਸਾਡੇ ਕੋਲੇ ਇੰਤਜ਼ਾਮ ਹੈ। ਬਾਕੀ A-B&P ਟ੍ਰੇਨਿੰਗ ਜਿਹੜੀ ਆ ਉਹ ਵੀ ਦਿੰਦੇ ਆ। ਵਰਜੀਨੀਆ ਸ਼ਹਿਰ ਦੇ ਫਰੈਡਰਿਕਸਬਰਗ ਦੇ ਵਿੱਚ ਇਹ ਸਕੂਲ ਹੈ ਤੇ ਜੇਕਰ ਦੂਰ ਦਰਾਡੇ ਤੋਂ ਆਉਂਦੇ ਤੁਹਾਨੂੰ ਰਿਹਾਇਸ਼ ਦਾ ਵੀ ਫ੍ਰੀ ਪ੍ਰਬੰਧ ਕਰਕੇ ਦਿੱਤਾ ਜਾਂਦਾ। ਪਿਕ ਐਂਡ ਡਰੋਪ ਵੀ ਫ੍ਰੀ ਦਿੱਤੀ ਜਾਂਦੀ ਹੈ। ਇਹਨਾਂ ਦੇ ਜਿਹੜੇ ਇੰਸਟਰਕਟਰ ਨੇ ਬੜੇ ਪੈਸ਼ਨੇਟ ਤੇ ਪ੍ਰੋਫੈਸ਼ਨਲ ਨੇ, ਜਿਹੜੇ ਤੁਹਾਨੂੰ ਫਰੈਂਚ, ਇੰਗਲਿਸ਼, ਸਪੈਨਿਸ਼, ਹਿੰਦੀ, ਪੰਜਾਬੀ, ਉਰਦੂ ਦੇ ਵਿੱਚ ਜਿਹੜੇ ਡਰਾਈਵਿੰਗ ਸਿਖਾਉਂਦੇ ਨੇ। ਸੋ ਇੱਕ ਵਾਰੀ ਸੰਪਰਕ ਕਰੋ ਸਨੀ ਨਾਲ 5406560985। ਐਂਡ ਖਾਸ ਗੱਲ ਇਹ ਕਹਿੰਦੇ ਕਿ ਜੇਕਰ ਤੁਸੀਂ ਸਾਡੇ ਤੋਂ ਸਕੂਲ ਡਰਾਈਵ ਬੱਸ ਚਲਾਉਣੀ ਸਿੱਖਦੇ ਹੋ ਤੇ ਤੁਹਾਨੂੰ ਟਿਊਸ਼ਨ ਫੀਸ ਦੀ ਕੋਈ ਪ੍ਰੋਬਲਮ ਆ ਤਾਂ ਕਹਿੰਦੇ ਅਸੀਂ ਉਹਦਾ ਵੀ ਇੰਤਜ਼ਾਮ ਕਰਕੇ ਦਿਆਂਗੇ। ਗੁਰਸ਼ਰਨ ਸਿੰਘ ਸਿੱਖੋਂ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਜੀ, ਇਹ ਕਹਿੰਦੇ ਆ ਵੀ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਓ। ਕੇਸ ਦੇਣਾ ਨਾ ਦੇਣਾ
ਉਹ ਤੁਹਾਡੀ ਮਰਜ਼ੀ ਹੈ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨ, OCI ਕਾਰਡ, ਇੰਡੀਅਨ ਪਾਸਪੋਰਟ, ਕੋਰਟ ਫਾਈਲਿੰਗ, ਨੋਟਰੀ ਪਬਲਿਕ, ਐਮਰਜੈਂਸੀ ਵੀਜ਼ਾ ਲੈਣਾ ਇੰਡੀਆ ਦਾ, ਕਹਿਣ ਤੋਂ ਭਾਵ ਵੀ ਜਿੱਥੇ ਵੀ ਤੁਸੀਂ ਬੈਠੇ ਹੋ ਅਮਰੀਕਾ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲਾਤ ਹੈ ਤਾਂ ਤੁਸੀਂ ਇੱਕ ਵਾਰੀ 5102009988 'ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਿਮਰਨਜੀਤ ਸਿੰਘ ਮਾਨ ਹੋਰੀ ਕੱਲ੍ਹ ਸ਼ਾਮੀ ਬਠਿੰਡੇ ਆਏ ਕਿਉਂਕਿ ਕੱਲ੍ਹ ਛੁੱਟੀ ਸੀ। ਬਹੁਤ ਕੁਛ ਪਰਦੇ ਚੁੱਕ ਕੇ ਗਏ ਨੇ। ਸਭ ਤੋਂ ਵੱਡੀ ਗੱਲ ਉਹਨਾਂ ਨੇ ਦੁਹਰਾਈ ਵੀ ਹੈ ਅਤੇ ਉਹਨੂੰ ਉਭਾਰਿਆ ਵੀ ਹੈ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ, ਕਹਿੰਦੇ ਉਹਨਾਂ ਨੂੰ ਬਹੁਤ ਹੀ ਭੈੜੇ ਵਰਤਾਓ ਦਾ ਸਾਹਮਣਾ ਕਰਨਾ ਪੈ ਰਿਹਾ, ਜਿਵੇਂ ਉਹ ਦੂਜੇ ਦਰਜੇ ਦੇ ਨਾਗਰਿਕ ਹੋਣ। ਦਾਨੇਲੀਆ ਸਾਹਿਬ, ਕਈ ਵਾਰੀ ਜਦੋਂ ਖਬਰਾਂ ਕਿਸੇ ਹੋਰ ਪਾਸੇ ਫਿਰਦੀਆਂ ਹੁੰਦੀਆਂ ਜੀ, ਉਦੋਂ ਅਚਨਚੇਤ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਹੜੀ ਘਟਨਾ ਫਿਰ ਦੇਸ਼ ਦੇ ਸੈਕੂਲਰ ਤਾਣੇ ਬਾਣੇ ਦੇ ਆਲੇ ਦੁਆਲੇ ਖੜ ਜਾਂਦੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਜੀ, ਮੈਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸੀ ਔਰ ਜੋ ਉਹਨਾਂ ਨੇ ਗੱਲਾਂ ਕਹੀਆਂ ਜੀ, ਉਹਨਾਂ ਗੱਲਾਂ ਨੂੰ ਆਪਾਂ 3 ਨੁਕਤਿਆਂ ਤੇ ਵਿਚਾਰ ਸਕਦੇ ਹਾਂ। ਪਹਿਲੀ ਗੱਲ ਇਹ ਕਿ ਸਾਡਾ ਗੁਆਂਢ ਅਫਗਾਨਿਸਤਾਨ ਹੈ। ਬਿਲਕੁਲ। ਅਫਗਾਨਿਸਤਾਨ ਦੇ ਵਿੱਚ ਬੜੀ ਚੱਕ ਥਲ ਹੋਈ ਹੈ। ਅਮਰੀਕਾ ਅਫਗਾਨਿਸਤਾਨ ਨੂੰ ਖਾਲੀ ਕਰ ਗਿਆ ਜੀ, ਫੌਜਾਂ ਉਹਨਾਂ ਨੇ ਆਪਣੀਆਂ ਕੱਢ ਲਈਆਂ। ਅਫਗਾਨਿਸਤਾਨ ਦੀ ਸਰਕਾਰ ਦੇ ਨਾਲ ਬਗੈਰ ਕੋਈ ਤਾਲਮੇਲ ਕੀਤਿਆਂ, ਬਗੈਰ ਉਹਨਾਂ ਨੂੰ ਕੁਝ ਦੱਸਿਆ, ਉਹਨਾਂ ਨੇ ਤਾਲਿਬਾਨਾਂ ਨਾਲ ਸਮਝੌਤਾ ਕਰ ਲਿਆ ਜੀ। ਸਮਝੌਤਾ ਕਰਨ ਤੋਂ ਬਾਅਦ ਉਹ ਚਲੇ ਗਏ ਅਤੇ ਜੋ ਕੁਛ ਉੱਥੇ ਹੋ ਰਿਹਾ ਹੈ ਉਹ ਆਪਾਂ ਨੂੰ ਪਤਾ ਹੈ। ਔਰਤਾਂ ਦੀ ਐਜੂਕੇਸ਼ਨ ਦੇ ਉੱਤੇ, ਔਰਤਾਂ ਦੀ ਆਜ਼ਾਦੀ ਦੇ ਉੱਤੇ ਜਿਸ ਕਿਸਮ ਦੀ ਪਾਬੰਦੀ ਲਾਈ ਗਈ ਹੈ, ਜੀ, ਜਿਸ ਕਿਸਮ ਦਾ ਉੱਥੇ ਉਹ ਆਪਾਂ ਕਹਿ ਸਕਦੇ ਖਾਨਾ ਜੰਗੀ ਦੇ ਮਾਹੌਲ ਦੇ ਵਿੱਚ ਅਫਗਾਨਿਸਤਾਨ ਪਹੁੰਚ ਗਏ, ਉਹਦੇ ਤੇ ਬਾਕੀ ਦੁਨੀਆ ਦਾ ਨਜ਼ਰੀਆ ਕੀ ਹੋਵੇ, ਖਾਸ ਕਰਕੇ ਭਾਰਤ ਦਾ ਨਜ਼ਰੀਆ ਕੀ ਹੋਵੇ। ਜੀ, ਪਹਿਲੀ ਗੱਲ ਤਾਂ ਭਾਰਤ ਸਰਕਾਰ ਕਾਫੀ ਸਮਾਂ ਇਹਦੇ ਬਾਰੇ ਕਲੀਅਰ ਹੀ ਨਹੀਂ ਸੀ। ਜਦੋਂ ਅਫਗਾਨਿਸਤਾਨ ਦੇ ਨਾਲ ਅਮਰੀਕਾ ਵਾਲਿਆਂ ਦੀ, ਤਾਲਿਬਾਨਾਂ ਦੇ ਨਾਲ ਅਫਗਾਨਿਸਤਾਨ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਵਾਲਿਆਂ ਦੀ ਗੱਲਬਾਤ ਚੱਲ ਰਹੀ ਸੀ, ਉਸ ਵੇਲੇ ਐਂਡ ਲਾਸਟ ਮੂਮੈਂਟ ਦੇ ਉੱਤੇ ਸਾਡੇ ਵਿਦੇਸ਼ ਮੰਤਰੀ ਨੂੰ ਵੀ ਉਹਦੇ ਵਿੱਚ ਇਨਵੋਲਵ ਕਰ ਲਿਆ ਸੀ। ਜੀ, ਜੀ। ਲੇਕਿਨ ਜੋ ਹਾਲਾਤ ਬਣ ਗਏ ਹੁਣ, ਉਹ ਤੋਂ ਬਾਅਦ ਭਾਰਤ ਦਾ ਨਜ਼ਰੀਆ ਕੀ ਹੋਵੇ, ਇਹ ਪਿਛਲੇ ਦਿਨਾਂ ਦੇ ਵਿੱਚ ਕੁਝ ਦੇਸ਼ਾਂ ਨੂੰ, ਜਿਨ੍ਹਾਂ ਨੂੰ ਬ੍ਰਿਕਸ ਕਹਿ ਦਿੰਦੇ ਆਪਾਂ, ਬ੍ਰਿਕਸ ਦੇਸ਼ਾਂ ਦੀ ਗੱਲਬਾਤ ਵੀ ਹੋਈ ਹੈ ਤੇ ਭਾਰਤ ਦਾ ਜਿਹੜਾ ਅਧਿਕਾਰਤ ਬਿਆਨ ਵੀ ਆ ਗਿਆ। ਜੀ। ਜਿਹੜਾ ਭਾਰਤ ਦਾ ਅਧਿਕਾਰਤ ਬਿਆਨ ਆਇਆ, ਉਹਦੇ ਵਿੱਚ ਇਹ ਗੱਲ ਕਹੀ ਹੈ ਭਾਰਤ ਨੇ ਕਿ ਅਫਗਾਨਿਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉੱਥੇ ਸਾਰੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰੇ। ਜਿੰਨੇ ਵੀ ਉੱਥੋਂ ਦੇ ਵਸਨੀਕ ਹੈ, ਚਾਹੇ ਉਹ ਕਿਸੇ ਵੀ ਕਿਸਮ ਦੇ ਵਸਨੀਕ ਹੈ, ਉਹ ਅਮਨਪੂਰਵਕ ਰਹਿੰਦੇ ਤੇ ਉਹਨਾਂ ਨੂੰ ਰਹਿਣ ਦਾ ਹੱਕ ਦਿੱਤਾ ਜਾਵੇ, ਉਹਨਾਂ ਲੋਕਾਂ ਨੂੰ ਵਿਚਰਨ ਦਾ ਹੱਕ ਦਿੱਤਾ ਜਾਵੇ। ਇਹ ਸਾਰੀ ਗੱਲ ਕਹੀ ਹੈ, ਖਾਸ ਕਰਕੇ ਔਰਤਾਂ, ਕਿ ਔਰਤਾਂ ਦੇ ਹੱਕਾਂ ਹਕੂਕਾਂ ਦੇ ਉੱਤੇ ਕਿਸੇ ਕਿਸਮ ਦੇ ਛਾਪੇ ਨਾ ਮਾਰੇ ਜਾਣ। ਜੀ। ਇੱਕ ਗੱਲ ਇਹ ਹੋ ਗਈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੱਲ੍ਹ ਇਹਦੇ ਤੇ ਸਵਾਲ ਉਠਾਇਆ ਕਿ ਜੇ ਭਾਰਤ ਇਹ ਗੱਲ ਕਹਿੰਦਾ ਹੈ ਜੀ ਕਿ ਉੱਥੇ ਸਾਰੇ ਫਿਰਕਿਆਂ ਦੀ ਗੱਲਬਾਤ ਹੋਣੀ ਚਾਹੀਦੀ ਹੈ, ਸਾਰੇ ਨਾਗਰਿਕਾਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ, ਭਾਰਤ ਆਪਣੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੂੰ ਕੀ ਸਮਝਦਾ ਹੈ? ਜੀ। ਘੱਟ ਗਿਣਤੀਆਂ ਤੋਂ ਸ਼ੁਰੂ ਹੋ ਕੇ ਉਹਨਾਂ ਦੀ ਸੂਈ ਆ ਕੇ ਸਿੱਖ ਭਾਈਚਾਰੇ ਤੇ ਖੜ ਗਈ। ਜਿਹੜੇ ਉਹਨਾਂ ਨੇ ਕੱਲ੍ਹ ਸਵਾਲ ਉਠਾਏ ਹੈ ਜੀ, ਉਹ ਸਵਾਲ ਜ਼ਰੂਰ ਧਿਆਨ ਮੰਗਦੇ ਹੈ। ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਇਹ ਸੈਕੂਲਰ ਦੇਸ਼ ਹੈ ਜੀ, ਇਹ ਧਰਮ ਨਿਰਪੱਖ ਦੇਸ਼ ਹੈ, ਇੱਥੇ ਰਾਜ ਦਾ ਧਰਮ ਕੋਈ ਨਹੀਂ ਹੈਗਾ। ਬਿਲਕੁਲ ਸਹੀ ਗੱਲ। ਸਟੇਟ ਦਾ ਧਰਮ ਕੋਈ ਨਹੀਂ। ਲੇਕਿਨ ਉਹ ਗੱਲ ਕਹਿੰਦੇ ਆ, ਮਾਨ ਸਾਹਿਬ ਕਹਿੰਦੇ ਆ ਕਿ ਜਿਹੜਾ ਬਾਬਰੀ ਮਸਜਿਦ ਔਰ ਰਾਮ ਮੰਦਿਰ ਨਾਲ ਸੰਬੰਧਿਤ ਫੈਸਲਾ ਆਇਆ ਹੈ ਜੀ, ਆਰਕਾਲੋਜੀ ਡਿਪਾਰਟਮੈਂਟ ਆਫ ਇੰਡੀਆ ਨੇ ਜਿਹੜਾ ਸਰਵੇਖਣ ਕੀਤਾ ਹੈ, ਇਹ ਮਾਨ ਸਾਹਿਬ ਕਹਿੰਦੇ ਕਿ ਉਸ ਸਰਵੇਖਣ ਦੇ ਵਿੱਚ ਇਹ ਸਾਬਤ ਨਹੀਂ ਹੋਇਆ ਕਿ ਜਿੱਥੇ ਬਾਬਰੀ ਮਸਜਿਦ ਸੀ ਉਹਦੇ ਥੱਲੇ ਕਦੇ ਮੰਦਿਰ ਹੁੰਦਾ ਸੀ। ਬਿਲਕੁਲ। ਉਹ ਕਹਿੰਦੇ ਵੀ ਉਹਨਾਂ ਦੀ ਇਹ ਰਿਪੋਰਟ ਹੈ। ਲੇਕਿਨ ਭਾਰਤ ਦੀ ਸੁਪਰੀਮ ਕੋਰਟ ਨੇ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਦੇ ਹੇਠ ਜੀ ਜਿਹੜਾ ਫੈਸਲਾ ਦਿੱਤਾ ਹੈ, ਉਸ ਫੈਸਲੇ ਦੇ ਵਿੱਚ ਕਹਿ ਦਿੱਤਾ ਕਿ ਉੱਥੇ ਕਦੇ ਮੰਦਿਰ ਹੁੰਦਾ ਸੀ। ਉਹ ਕਹਿੰਦੇ ਵੀ ਇਹ ਧਰਮ ਨਿਰਪੱਖਤਾ ਦੀ ਉਲੰਘਣਾ ਹੋਈ ਹੈ। ਇਹ ਮੁਸਲਿਮ ਭਾਈਚਾਰੇ ਦੇ ਹੱਕਾਂ ਹਕੂਕਾਂ ਦੇ ਨਾਲ ਇੱਕ ਜ਼ਿਆਦਤੀ ਹੋਈ ਹੈ, ਧੱਕਾ ਹੋਇਆ। ਅਗਲੀ ਗੱਲ ਉਹ ਕਹਿੰਦੇ ਕਿ ਸਟੇਟ ਦਾ ਕੋਈ ਧਰਮ ਨਹੀਂ ਹੁੰਦਾ। ਬਿਲਕੁਲ ਜੀ। ਭਾਰਤ ਦੇ ਇਤਿਹਾਸ ਵਿੱਚ, ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਦਿਰ ਦਾ ਨੀਂਹ ਪੱਥਰ ਰੱਖਣ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ ਜਾ ਰਿਹਾ।
ਔਰ ਉਹ ਨੀਂਹ ਪੱਥਰ ਉਹ ਰੱਖਦਾ, ਉੱਥੇ ਹਵਨ ਵਗੈਰਾ ਹੁੰਦਾ, ਆਪਾਂ ਸਾਰਾ ਕੁਝ ਦੇਖਿਆ। ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਦੀ ਇਸ ਗੱਲ ਦੇ ਵਿੱਚ ਵੀ ਦਮ ਹੈਗਾ ਜੀ ਕਿ ਇਹ ਕੀ ਹੋ ਕੇ, ਇਹ ਕਿਉਂ ਨਹੀਂ ਮਤਲਬ ਜਿਹੜਾ ਹੈਗਾ ਇੱਥੇ ਤੁਸੀਂ ਸੈਕੂਲਰਿਜ਼ਮ ਦੀਆਂ ਧੱਜੀਆਂ ਕਿਉਂ ਉਡਾ ਰਹੇ ਹੋ? ਬਿਲਕੁਲ ਜੀ। ਇਹਦਾ ਮਤਲਬ ਹੈ ਕਿ ਭਾਰਤ ਇੱਕ ਸੈਕੂਲਰ ਰਾਜ ਨਹੀਂ ਰਿਹਾ, ਇਹ ਹਿੰਦੂ ਰਾਜ ਹੈ। ਭਾਵੇਂ ਡਿਕਲੇਅਰ ਨਹੀਂ ਕੀਤਾ, ਕਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖਿਆ ਜੀ, ਲੇਕਿਨ ਇਹਨੂੰ ਜੇ ਆਪਾਂ ਦੇਖੀਏ ਅਮਲੀ ਤੌਰ ਦੇ ਉੱਤੇ ਦੇਖੀਏ ਤਾਂ ਗੱਲ ਉਧਰ ਨੂੰ ਵੱਧ ਰਹੀ ਹੈ। ਜੇ ਸੁਪਰੀਮ ਕੋਰਟ ਦਾ ਫੈਸਲਾ ਇਸ ਤਰ੍ਹਾਂ ਦਾ ਆਉਂਦਾ ਹੈ ਔਰ ਨਾਲ ਦੀ ਨਾਲ ਹੀ ਫਿਰ ਇਹ ਫੈਸਲਾ ਆ ਜਾਂਦਾ ਹੈ, ਆਪਾਂ ਆਪਣਾ ਪ੍ਰਧਾਨ ਮੰਤਰੀ ਸਾਹਿਬ ਚਲੇ ਜਾਂਦੇ ਹੈ ਨੀਂਹ ਪੱਥਰ ਰੱਖਣ ਵਾਸਤੇ। ਹਾਂਜੀ, ਉਹਦੇ ਨਾਲ ਅਗਲੀ ਗੱਲ ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਬੜੀ ਕੰਮ ਦੀ ਅਗਲੀ ਗੱਲ ਕਹੀ ਹੈ ਕਿ ਜਿੱਦਾਂ ਦੀ ਭਾਰਤੀ ਜਨਤਾ ਪਾਰਟੀ ਆਈ ਹੈ ਜੀ, ਇਸ ਵੇਲੇ ਤੁਸੀਂ ਸੁਪਰੀਮ ਕੋਰਟ ਦੀ ਹਾਲਤ ਦੇਖ ਲਓ ਕੀ ਹੈ। ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਜਿਹੜਾ ਸਿੱਖ ਜੱਜ ਨਹੀਂ ਹੈ। ਨਹੀਂ ਹੈ ਹੀ ਨਹੀਂ, ਬੜੀ ਹੈਰਾਨੀ ਦੀ ਗੱਲ। ਇਹ ਮਾਨ ਸਾਹਿਬ ਨੇ ਕੱਲ ਪਹਿਲੀ ਵਾਰ ਕੀਤੀ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਕੋਈ ਸਿੱਖ ਨਹੀਂ ਹੈ। ਸਿੱਖ ਨਹੀਂ ਹੈ। ਭਾਰਤ ਦੇ ਜਿਹੜੇ ਮੁਸਲਮਾਨ ਦੇਸ਼ ਹੈ ਉਹਨਾਂ ਦੇ ਵਿੱਚ ਜਿਹੜੇ ਰਾਜਦੂਤ ਹੈ ਉਹ ਵੀ ਕੋਈ ਸਿੱਖ ਉਹ ਨਹੀਂ। ਕਿਤੇ ਨਹੀਂ ਕਿਤੇ ਪਾਕਿਸਤਾਨ ਦੇ ਨਾਲ ਜਿਹੜੇ ਹੈਗੇ ਸਿੱਖਾਂ ਦਾ ਕੌਮਾਂਤਰੀ ਪੱਧਰ ਤੇ ਸਿੱਖਾਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਆਪਸ ਵਿੱਚ ਏਕਾ ਵਧ ਰਿਹਾ। ਇਸ ਏਕੇ ਦੇ ਚਲਦਿਆਂ ਪਾਕਿਸਤਾਨ ਦੇ ਵਿੱਚ ਕਦੇ ਵੀ ਸਿੱਖ ਅੰਬੈਸਡਰ ਨਹੀਂ ਲਾਇਆ, ਨਹੀਂ ਲਾਇਆ ਗਿਆ। ਇਹ ਵੀ ਮਾਨ ਸਾਹਿਬ ਦਾ ਕਹਿਣਾ ਹੈ। ਅੱਗੇ ਮਾਨ ਸਾਹਿਬ ਕਹਿੰਦੇ ਹੈ, ਜਦੋਂ ਗੱਲ ਸਾਰੀ ਇਸ ਤੇ ਕਰਦੇ ਹੈ ਤਾਂ ਫਿਰ ਉਹ ਕਹਿੰਦੇ ਹੈ ਕਿ ਇਲੈਕਸ਼ਨ ਕਮਿਸ਼ਨ ਜੀ, ਉਹਦੇ ਵਿੱਚ ਕੋਈ ਸਿੱਖ ਮੈਂਬਰ ਹੈ ਨਹੀਂ। ਇੱਥੋਂ ਤੱਕ ਕਿ ਸੂਬਿਆਂ ਦੇ ਜਿੰਨੇ ਵੀ ਹਾਈ ਕੋਰਟਾਂ ਦੇ ਮੁੱਖ ਜੱਜ ਲਾਏ ਹੈ ਉਹਨਾਂ 'ਚ ਵੀ ਕੋਈ ਵੀ ਹੈ ਨਹੀਂ। ਉਹਨਾਂ ਦੇ ਵਿੱਚ ਵੀ ਕੋਈ ਮੁੱਖ ਜੱਜ ਹੈ ਨਹੀਂ। ਕਹਿੰਦੇ ਵੀ ਇਹ ਤੋਂ ਪਹਿਲਾਂ ਐਸ ਆ ਜਿਹੜਾ ਲੇਟੈਸਟ ਕੁਝ ਨਿਯੁਕਤੀਆਂ ਹੋਈਆਂ ਉਹ ਤੋਂ ਪਹਿਲਾਂ ਕਿਸੇ ਵੀ ਯੂਨੀਅਨ ਟੈਰੀਟਰੀ ਦਾ ਜੀ, ਭਾਰਤੀ ਜਨਤਾ ਪਾਰਟੀ ਦੀ ਟੈਨਿਓਰ 'ਚ ਔਰ ਕਿਸੇ ਵੀ ਸੂਬੇ ਦਾ ਕੋਈ ਸਿੱਖ ਗਵਰਨਰ ਨਹੀਂ ਸੀ। ਅੱਛਾ ਜੀ। ਹੁਣ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਹ ਮਾਮਲਾ ਚੁੱਕ ਲਿਆ ਤਾਂ ਇਸ ਵੇਲੇ ਇੱਕ ਲੈਫਟੀਨੈਂਟ ਜਨਰਲ ਨੂੰ ਉੱਤਰਾਖੰਡ ਦਾ ਗਵਰਨਰ ਲਾਤਾ। ਲੇਕਿਨ ਕਿਸੇ ਵੱਡੀ ਸਟੇਟ ਦਾ ਗਵਰਨਰ ਜਿਹੜਾ ਹੈਗਾ ਉਹ ਸਿੱਖ ਹੈ ਨਹੀਂ। ਇਹਦੇ ਨਾਲ ਹੀ ਉਹ ਕਹਿੰਦੇ ਆ ਵੀ ਜਿਹੜੇ ਦੇਸ਼ ਦੇ ਮਹੱਤਵਪੂਰਨ ਜੀ ਡਿਪਾਰਟਮੈਂਟ ਹੈ, ਸਪੋਜ਼ ਗ੍ਰਹਿ, ਵਿਦੇਸ਼, ਵਿੱਤ, ਰੱਖਿਆ, ਵਜ਼ਾਰਤ, ਇਹਨਾਂ ਦੇ ਵਿੱਚ ਸਿੱਖਾਂ ਨੂੰ ਮਤਲਬ ਜਿਹੜੀ ਹੈ ਕਿ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਸੈਂਟਰ ਦੇ ਵਿੱਚ ਸਕੱਤਰਾਂ ਦੀ ਜਿਹੜੀ ਨੋਮੀਨੇਸ਼ਨ ਹੁੰਦੀ ਹੈ, ਹਾਂਜੀ ਹਾਂਜੀ, ਉਹਨਾਂ ਦੀਆਂ ਨਿਯੁਕਤੀਆਂ ਹੁੰਦੀਆਂ, ਕੋਈ ਸਕੱਤਰ ਉੱਥੇ ਹੈ ਨਹੀਂ। ਵੱਡੀਆਂ ਖੁਫੀਆ ਏਜੰਸੀਆਂ ਰਾ ਰਿਸਰਚ ਐਂਡ ਐਨਾਲਿਸਿਸ ਵਿੰਗ, ਉਹਨਾਂ 'ਚ ਨਹੀਂ। ਇੰਟੈਲੀਜੈਂਸ ਬਿਊਰੋ, NSA, ED, NIV, CBI ਜੀ, ਪੈਰਾਮਿਲਟਰੀ ਫੋਰਸਸ ਜਿਵੇਂ ਕਿ BSF ਹੈ, PF ਹੈ, ITBP ਹੈ, CISF ਹੈ, ਸਪੈਸ਼ਲ ਸਿਕਿਉਰਿਟੀ ਫੋਰਸਸ, ਅਸਾਮ ਰਾਈਫਲ ਵਗੈਰਾ, ਇਹਦੇ ਚ ਕਿਸੇ ਦੇ ਵਿੱਚ ਵੀ ਕੋਈ ਹੈ ਨਹੀਂ, ਕੋਈ ਸਿੱਖ ਨਹੀਂ ਹੈ। ਇਸ ਵੇਲੇ ਉਹ ਕਹਿੰਦੇ ਵੀ ਕੈਬਨਿਟ ਦੇ ਵਿੱਚ ਵੀ ਕੋਈ ਸਿੱਖ ਹੈ ਨਹੀਂਗਾ। ਇੱਕ ਹਰਦੀਪ ਸਿੰਘ ਪੁਰੀ ਹੈਗੇ ਹੈ ਪਰ ਉਹ ਸਟੇਟ ਮਿਨਿਸਟਰ ਹੈ ਜੀ। ਇਹ ਸਾਰੀਆਂ ਗੱਲਾਂ ਦੇ ਵਿੱਚੋਂ ਕਹਿੰਦੇ ਵੀ ਦੱਸੋ ਫਿਰ ਸਾਡੇ ਨਾਲ ਇਹ ਵਿਤਕਰੇਬਾਜ਼ੀ ਨਹੀਂ ਹੋ ਰਹੀ। ਤੇ ਨਾਲ ਫਿਰ ਮਾਨ ਸਾਹਿਬ ਨੇ ਇਹ ਗੱਲ ਵੀ ਕਹੀ ਹੈ ਜੀ ਕਿ ਤੁਸੀਂ ਅਨਾਜ ਦੇ ਮੁੱਦੇ ਤੇ ਦੇਖ ਲਓ। ਅਨਾਜ ਦੇ ਮੁੱਦੇ ਦੇ ਉੱਤੇ ਜੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ, ਉਹ ਕਿਹਨੇ ਬਣਾਇਆ ਜੀ? ਉਹ ਪੰਜਾਬ ਨੇ ਬਣਾਇਆ, ਸਾਂਝੇ ਪੰਜਾਬ ਨੇ ਬਣਾਇਆ, ਜਿਹਦੇ ਵਿੱਚ ਸਿੱਖਾਂ ਦੀ ਬਹੁਤਾਤ ਹੈ। ਹਾਂਜੀ, ਠੀਕ ਹੈ। ਤੇ ਇਸ ਵੇਲੇ ਸਿੱਖਾਂ ਨਾਲ ਹੋ ਕੀ ਰਿਹਾ ਕਿ ਸਿੱਖ ਕਿਸਾਨ ਜਿਹੜੇ ਹੈਗੇ ਆ ਉਹ ਦਿੱਲੀ ਦੇ ਆਲੇ ਦੁਆਲੇ ਬਾਰਡਰਾਂ ਤੇ ਬੈਠੇ। ਉਹਦੇ ਬਾਰੇ ਤਾਂ ਚਰਚਾ ਬੜੀ ਤਕੜੀ ਹੋ ਗਈ। ਕਹਿੰਦੇ ਕੋਈ ਗਿਆ ਪੁੱਛਣ, ਕਹਿੰਦਾ ਇੱਕ ਬੱਚਾ ਕਹਿੰਦਾ ਵੀ ਆਪ यहाँ क्यों बैठे हो? ਕਹਿੰਦੇ ਹਮ ਕਹਿੰਦੇ ਸਿੱਖ ਕਹਿੰਦੇ ਵੀ ਜਿਹੜੇ ਕਿਸਾਨ ਕਹਿੰਦੇ ਅਸੀਂ ਇਸ ਲਈ ਬੈਠੇ ਹਾਂ ਕੋਈ ਦਿੱਲੀ ਵੇਚ ਨਾ ਜਾਵੇ, ਕਹਿੰਦੇ ਦਿੱਲੀ ਦੀ ਰਖਵਾਲੀ ਕਰ ਰਹੇ। ਰਖਵਾਲੀ ਵਾਲੀ ਹਾਲਤ ਹੀ ਹੈ ਨਾ ਵੀ ਦਿੱਲੀ ਵੇਚਣ ਵਾਲੀ ਚੁਟਕਲੇ ਬਣਨੇ ਸ਼ੁਰੂ ਹੋ ਗਏ। ਚੁਟਕਲੇ ਬਣਨੇ ਹੋਏ। ਉਹ ਕਹਿੰਦੇ ਵੀ ਆਜ਼ਾਦੀ, ਮਾਨ ਸਾਹਿਬ ਕਹਿੰਦੇ ਆਜ਼ਾਦੀ ਦੀ ਲੜਾਈ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ। ਬਿਲਕੁਲ ਜੀ, ਬਿਲਕੁਲ। ਦੇਸ਼ ਦੀ ਸੁਰੱਖਿਆ ਦੇ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ। ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਜਦੋਂ ਕੋਈ ਮੁਸੀਬਤ ਪੈਂਦੀ ਹੈ ਸਿੱਖ ਮੂਹਰੇ ਹੁੰਦੇ ਜੀ। ਖੇਤੀਬਾੜੀ ਦੇ ਵਿੱਚ ਸਿੱਖ ਮੂਹਰੇ, ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਉਹਨਾਂ ਨੂੰ ਵਾਜਬ ਭਾਅ ਨਹੀਂ ਮਿਲਦੇ, ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ। ਬਿਲਕੁਲ, ਉਹ ਅੰਦੋਲਨ ਕਰ ਰਹੇ ਹੈ। ਉਹ ਭੱਜੀ ਜਾਂਦੇ, ਦੇਸ਼ ਦਾ ਪੈਸਾ ਲੈ ਕੇ ਭੱਜੀ ਜਾਂਦੇ ਕਿ 9 ਮਹੀਨਿਆਂ ਤੋਂ ਉੱਥੇ ਬੈਠੇ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਕਹਿੰਦੇ ਫਿਰ ਇਦੋਂ ਵੱਡੀ ਵਿਤਕਰੇਬਾਜ਼ੀ ਸਾਡੇ ਨਾਲ ਹੋਰ ਕੀ ਹੋਣੀ ਹੈ ਜੀ। ਇਹਦੇ ਤੋਂ ਫਿਰ ਅੱਗੇ ਗੱਲ ਆਉਂਦੀ ਹੈ ਜੀ ਦੂਜੀ। ਹਾਂਜੀ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਹਮਲਾ ਹੋਇਆ ਸੀ। ਹਾਂਜੀ, ਉੱਥੇ ਸ਼ਾਇਦ ਗਣੇਸ਼ ਜੀ ਦਾ ਬੁੱਤ ਵੀ ਤੋੜਤਾ ਸੀ। ਅੱਛਾ ਜੀ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਤੋੜਿਆ ਗਿਆ ਸੀ। ਹਾਂਜੀ, ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋੜਨ ਵਾਲੇ ਨੂੰ ਨਾਲ ਦੀ ਨਾਲ ਹੀ ਗ੍ਰਿਫਤਾਰ ਕਰ ਲਿਆ ਸੀ।
ਲੋਕਾਂ ਨੇ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰਤਾ ਸੀ। ਜਿਹੜਾ ਮੰਦਿਰ ਦੇ ਉੱਤੇ ਹਮਲਾ ਹੋਇਆ, ਮੰਦਿਰ ਦੇ ਉੱਤੇ ਹੋਏ ਹਮਲੇ ਦੇ ਸੰਬੰਧ ਵਿੱਚ ਭਾਰਤ ਸਰਕਾਰ ਨੇ ਕਹਿਤਾ ਸੀ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਸੁਰੱਖਿਅਤ ਨਹੀਂ, ਆਹ ਘੱਟ ਗਿਣਤੀਆਂ ਦੇ ਨਾਲ ਉਹਨਾਂ ਨੇ ਕੰਪੇਅਰ ਕੀਤਾ ਸੀ। ਭਾਰਤ ਸਰਕਾਰ ਨੇ ਕਹਿਤਾ, ਪਰ ਹੋਇਆ ਕੀ? ਪਾਕਿਸਤਾਨ ਦੀ ਸਰਕਾਰ ਨੇ 85 ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਹਾਂਜੀ, ਉਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ਜੀ। ਤੇ ਚਾਰਜ ਸ਼ੀਟ ਕਿੰਨਾ ਧਰਾਵਾਂ ਦੇ ਤਹਿਤ ਦਾਇਰ ਕੀਤੀ ਹੈ? ਦਹਿਸ਼ਤਗਰਦੀ ਧਰਾਵਾਂ ਦੇ ਤਹਿਤ। ਤੇ ਦਹਿਸ਼ਤਗਰਦੀ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਜਿਹੜਾ ਹੈਗਾ ਰੈਫਰ ਹੋਇਆ ਹੈ। ਇੱਥੇ ਛੁੱਟੀ ਜਾਂਦੇ ਨੇ। ਉਹਦੇ ਨਾਲ ਉਹਨਾਂ ਨੇ ਕਿਹਾ ਕਿ ਦਹਿਸ਼ਤਗਰਦੀ ਦਾ ਦੋਸ਼ ਸਾਬਤ ਹੋਣ ਤੇ ਕਿਸੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ। ਪਰ ਹੁਣ ਮਾਨ ਸਾਹਿਬ ਦੀ ਅਗਲੀ ਗੱਲ ਸੁਣ ਲਓ ਜੀ। ਕਹਿੰਦੇ ਵੀ ਸਾਡੇ ਨਾਲ ਇੱਕ ਬਹੁਤ ਵੱਡੀ ਜ਼ਿਆਦਤੀ ਹੋਈ ਹੈ ਜੀ। ਭਾਰਤ ਦੀ ਸੁਪਰੀਮ ਕੋਰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਉਂਦੀ ਜਾਗਦੀ ਸ਼ਖਸੀਅਤ ਮੰਨਦੀ ਹੈ। ਸਿੱਖਾਂ ਦੇ ਲਈ ਸਭ ਤੋਂ ਜਿਹੜੀ ਹੈਗੀ ਹੈ ਸਨਮਾਨਜਨਕ ਸਤਿਕਾਰਯੋਗ ਜੇ ਕੋਈ ਸ਼ੈ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਬਿਲਕੁਲ ਜੀ। ਜਿਹਨੂੰ 11ਵੇਂ ਗੁਰੂ ਦਾ ਦਰਜਾ ਦਿੱਤਾ ਹੋਇਆ। ਕਿਸੇ ਵੀ ਲੜਾਈ ਦੇ ਵਿੱਚ ਜਾਣਾ ਹੋਵੇ, ਫੌਜ ਦੇ ਵਿੱਚ ਜਾਣਾ ਹੋਵੇ, ਸਿੱਖਾਂ ਤੋਂ ਕਸਮਾਂ ਪਵਾਈਆਂ ਜਾਂਦੀਆਂ। ਜੇ ਉਹਨਾਂ ਨੇ ਲੜਾਈ 'ਚ ਜਾਣਾ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਹੈ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਬੇਅਦਬੀ ਦੇ ਕੇਸ ਦੀ ਸੁਣਵਾਈ ਜਿਹੜੀ ਹੈਗੀ ਹੈ, ਇੱਕ ਉਹਦੇ ਵਿੱਚ ਜਿਹੜਾ ਮੁਲਜ਼ਮ ਹੈ ਜੀ, ਉਹ ਮੁਲਜ਼ਮ ਜਿਹੜਾ ਹੈਗਾ DGP ਹੈ ਪੰਜਾਬ ਦਾ ਜੀ, ਉਹ ਤਾਂ ਨਾਮਜ਼ਦ ਹੋ ਚੁੱਕਿਆ। ਬੇਅਦਬੀ ਦੀਆਂ ਘਟਨਾਵਾਂ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਅੱਗੇ ਵਾਪਰੀਆਂ, ਚਾਹੇ ਉਹ ਕੋਟਕਪੂਰਾ ਕਾਂਡ ਹੈ, ਚਾਹੇ ਉਹ ਵੈਬਲ ਕਲਾਂ ਕਾਂਡ ਹੈ, ਜੀ ਜੀ, ਇਹਦੇ ਵਿੱਚ ਕਹਿੰਦੇ ਵੀ ਉਹ ਨਾਮਜ਼ਦ ਹੋ ਚੁੱਕਿਆ। ਉਹਦੇ ਖਿਲਾਫ ਕੇਸ ਚੱਲ ਰਿਹਾ ਹੈ। ਕੇਸ ਕਿਸ ਢੰਗ ਨਾਲ ਚੱਲ ਰਿਹਾ? ਪਹਿਲਾਂ ਇੱਕ ਕਮਿਸ਼ਨ ਇਨਕੁਆਇਰੀ ਕਰਦਾ, ਫਿਰ ਵਿਧਾਨ ਸਭਾ ਦੇ ਵਿੱਚ ਉਹਦੀ ਚਰਚਾ ਹੁੰਦੀ ਹੈ, ਪੜਤਾਲ ਹੁੰਦੀ ਹੈ। ਫਿਰ ਉਹ ਤੋਂ ਬਾਅਦ ਜਿਹੜੀ ਹੈਗੀ ਹੈ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਦੀ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਦੀ ਹੈ, ਚੈਲੰਜ ਕੀਤਾ ਜਾਂਦਾ ਕਮਿਸ਼ਨ ਨੂੰ ਜੀ। ਕਮਿਸ਼ਨ ਨੂੰ ਹਾਈ ਕੋਰਟ ਵੀ ਕਹਿੰਦੀ ਹੈ ਠੀਕ ਹੈ, ਸੁਪਰੀਮ ਕੋਰਟ ਵੀ ਕਹਿੰਦੀ ਹੈ ਠੀਕ ਹੈ, ਕਮਿਸ਼ਨ ਦੇ ਲੱਭਤਾ। ਹੁਣ ਅਚਨਚੇਤ ਸੁਮੈਧ ਸਿੰਘ ਸੈਣੀ ਦਾ ਇੱਕ ਮਾਮਲਾ ਜਿਹੜਾ ਹੈਗਾ ਉਹ ਵਿਜੀਲੈਂਸ ਨਾਲ ਰਿਲੇਟਡ ਹੈ। ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਹੈ। ਉਹਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਜਾਂਦਾ ਹੈ। ਬਾਅਦ ਦੇ ਵਿੱਚ ਉਹ ਪ੍ਰੋਟੈਕਸ਼ਨ ਵਾਸਤੇ ਇੱਕ ਹੋਰ ਪਟੀਸ਼ਨ ਦਾਇਰ ਕਰਦੀ ਹੈ ਔਰ ਉਸ ਪਟੀਸ਼ਨ ਤੋਂ ਤੇ ਸੁਣਵਾਈ ਕਰਦਿਆਂ ਜੀ ਜਿਹੜੇ ਮਾਣਯੋਗ ਜੱਜ ਸਾਹਿਬ ਹੈ, ਉਹ ਮਾਣਯੋਗ ਜੱਜ ਸਾਹਿਬ 2022 ਤੱਕ ਐਵੇਂ ਹੀ ਬਸ ਸਿੱਧਾ ਹੀ ਬਿਨਾਂ ਮੰਗੇ ਹੀ ਕੰਮ ਸਿੱਟਦਾ। 2022 ਤੱਕ ਉਹ ਸਾਰੀ ਜਿਹੜੀ ਹੈਗੀ ਹੈ ਸੁਣਵਾਈ ਤੇ ਵੀ ਰੋਕ ਲਾ ਦਿੰਦੇ ਜੀ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਤੋਂ ਉਤਪੰਨ ਹੋਈਆਂ ਘਟਨਾਵਾਂ ਦੇ ਸੰਬੰਧ ਵਿੱਚ ਜਿਹੜੇ ਮੁਕੱਦਮੇ ਚੱਲਦੇ ਉਹਦੇ ਵਿੱਚ ਸੁਣਵਾਈ ਰੋਕਤੀ ਜੀ। ਨਾਲ ਉਹਨਾਂ ਨੇ ਕਹਿਤਾ ਕੋਈ ਕਮਿਸ਼ਨ ਬਣ ਗਿਆ, ਉਹ ਵੀ ਨਹੀਂ, ਕੋਈ ਕਮਿਸ਼ਨ ਵੀ ਨਹੀਂ ਬਣ ਸਕਦਾ। ਗ੍ਰਿਫਤਾਰੀ ਚਲੋ ਰੋਕ ਦਿੰਦੇ, ਗ੍ਰਿਫਤਾਰੀ ਤਾਂ ਰੁਕੀ ਜਾਂਦੀ ਹੈ ਪਰ ਸੁਣਵਾਈ ਵੀ ਨਹੀਂ ਰੋਕਦੀ। ਤੇ ਅਗਲੀ ਗੱਲ ਮਾਨ ਸਾਹਿਬ ਨੇ ਜਿਹੜੀ ਜੋੜੀ ਆ, ਉਹ ਕਹਿੰਦੇ ਜੱਜ ਸਾਹਿਬ ਇਹ ਗੱਲ ਕਹਿੰਦੇ ਹੈ ਕਿ ਇਹਦੇ ਵਿੱਚ ਜਿਹੜੀ ਹੈਗੀ ਹੈ ਪੋਲੀਟਿਕਸ ਹੈ ਜੀ। ਲਓ ਜੀ, ਉਹਨਾਂ ਨੇ ਹੁਣ ਇੱਕ ਨਵਾਂ ਫਾਨਾ ਹੋਰ ਕੱਢਤਾ। ਕਹਿੰਦੇ ਪੋਲੀਟਿਕਸ ਕਿੱਥੇ ਨਹੀਂ ਜੀ। ਕੀ ਜੱਜਾਂ ਦੀਆਂ ਨਿਯੁਕਤੀਆਂ ਦੇ ਵਿੱਚ ਪੋਲੀਟਿਕਸ ਨਹੀਂ ਹੁੰਦੀ? ਹੁੰਦੀ। ਉਹਨਾਂ ਨੇ ਮਿਸਾਲ ਦਿੱਤੀ, ਉਹ ਕਹਿੰਦੇ ਵੀ ਜਿਹੜੀ ਕਲੋਜੀਅਮ ਜਿਹੜੀ ਸਿਫਾਰਸ਼ਾਂ ਕਰਦੀ ਹੈ, ਉਨੀ ਦੇਰ ਤੱਕ ਜੱਜ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਉਹਦੀ ਕੈਬਨਿਟ ਦੇ ਵਿੱਚੋਂ ਪ੍ਰਵਾਨਗੀ ਨਹੀਂ। ਪ੍ਰਧਾਨ ਮੰਤਰੀ ਉਹਦੀ ਪ੍ਰਵਾਨਗੀ ਨਹੀਂ ਦਿੰਦਾ। ਕੈਬਨਿਟ ਨੂੰ ਛੱਡ ਦਿਓ, ਪਹਿਲਾਂ ਜਾਂਦੀ ਹੈ ਤੁਹਾਡੀ ਲਾ ਮਿਨਿਸਟਰੀ ਕੋਲੇ ਜਾਂਦੀ ਹੈ, ਫਿਰ ਪ੍ਰਧਾਨ ਮੰਤਰੀ ਕੋਲੇ ਜਾਂਦੀ ਹੈ, ਤੇ ਪ੍ਰਧਾਨ ਮੰਤਰੀ ਜੇ ਉਹਦੇ ਤੇ ਸਹੀ ਪਾ ਦਿੰਦਾ ਫਿਰ ਜਾਂਦੀ ਹੈ ਮਹਾਮਹਿਮ ਰਾਸ਼ਟਰਪਤੀ ਕੋਲੇ। ਜਦੋਂ ਰਾਸ਼ਟਰਪਤੀ ਉਹਦੇ ਦਸਤਖਤ ਕਰ ਦਿੰਦਾ ਫਿਰ ਜਿਹੜੇ ਹੈਗੇ ਜੱਜ ਨਿਯੁਕਤ ਹੁੰਦੇ। ਪਰ ਉਹ ਕਹਿੰਦੇ ਵੀ ਦੱਸਿਆ ਜਾਵੇ ਕਿ ਪ੍ਰਧਾਨ ਮੰਤਰੀ ਗੈਰ ਰਾਜਨੀਤਿਕ ਬੰਦਾ ਹੈ? ਰਾਜਨੀਤਿਕ ਹੈ। ਕੀ ਲਾ ਮਿਨਿਸਟਰ ਗੈਰ ਰਾਜਨੀਤਿਕ ਬੰਦਾ ਹੈ? ਚੁਣ ਕੇ ਆਉਂਦਾ। ਕੀ ਦੇਸ਼ ਦਾ ਰਾਸ਼ਟਰਪਤੀ ਉਹ ਗੈਰ ਰਾਜਨੀਤਿਕ ਬੰਦਾ ਹੈ? ਜਿਹੜੀ ਪਾਰਟੀ ਦਾ ਰਾਜ ਭਾਗ ਹੁੰਦਾ ਉਹੀ ਆਪਦੇ ਬੰਦੇ ਨੂੰ ਲੈ ਕੇ ਆਉਂਦੀ। ਅਗਲੀ ਗੱਲ ਉਹਨਾਂ ਨੇ ਕਿਹਾ ਕਿ ਮਿਸਟਰ ਇੱਕ ਜੱਜ ਸੀ, ਮੇਰਾ ਖਿਆਲ ਸ਼ਾਇਦ ਉਹਨਾਂ ਦਾ ਨਾਮ ਮਿਸਟਰ ਸ਼ਕੀਲ ਹੈ। ਅੱਛਾ ਜੀ। ਉਹ ਗੁਜਰਾਤ ਹਾਈ ਕੋਰਟ ਦੇ ਜੱਜ ਹੁੰਦੇ ਸੀ। ਉਹਨਾਂ ਨੇ ਮਿਸਟਰ ਅਮਿਤ ਸ਼ਾਹ ਨੂੰ ਪੁਲਿਸ ਕਸਟਡੀ 'ਚ ਭੇਜਤਾ ਸੀ ਜੀ। ਉਹ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਹੋਣੀ ਸੀ। ਉਹਨਾਂ ਦੀ ਪ੍ਰਮੋਸ਼ਨ ਹੋ ਕੇ ਕਿਸੇ ਵੱਡੇ ਰਾਜ ਜਾਣਾ ਸੀ, ਉਹ ਵੱਡੇ ਰਾਜ ਚਲੇ ਗਏ। ਬਾਅਦ ਦੇ ਵਿੱਚ ਉਹਨਾਂ ਦੀ ਟਰਾਂਸਫਰ ਜਿਹੜੀ ਹੈਗੀ ਆ ਉਹ ਤ੍ਰਿਪੁਰਾ ਦੀ ਕਰਤੀ। ਅੱਛਾ ਜੀ। ਆਹ ਜਿਹੜੇ ਹੁਣ 9 ਜੱਜ ਜਿਨ੍ਹਾਂ ਦੇ ਵਿੱਚ 3 ਬੀਬੀਆਂ ਵੀ ਹੈ, ਇਹਨਾਂ 9 ਜੱਜਾਂ ਦੇ ਵਿੱਚ ਉਸ ਬੰਦੇ ਦਾ ਦੀ ਜਿਹੜੀ ਸਿਫਾਰਿਸ਼ ਕਲੋਜੀਅਮ ਨੇ ਨਹੀਂ ਕੀਤੀ ਜੀ, ਕਿਉਂਕਿ ਭਾਰਤ ਸਰਕਾਰ ਨਹੀਂ ਸੀ ਚਾਹੁੰਦੀ ਕਿ ਉਹ ਬੰਦਾ ਸੁਪਰੀਮ ਕੋਰਟ ਦਾ ਜੱਜ ਬਣੇ। ਹਾਂਜੀ। ਅਗਰ ਉਹ ਸੁਪਰੀਮ ਕੋਰਟ ਦਾ ਜੱਜ ਬਣ ਜਾਂਦਾ ਤਾਂ ਉਹਨੇ ਚੀਫ ਜਸਟਿਸ ਵੀ ਬਣਨਾ ਸੀ, ਸੀਨੀਅਰਿਟੀ ਦੇ ਲਿਹਾਜ਼ ਨਾਲ। ਉਹਨੂੰ ਇਗਨੋਰ ਕੀਤਾ ਗਿਆ। ਉਹ ਕਹਿੰਦੇ ਵੀ ਇੱਥੇ ਕੀ ਇਹ ਰਾਜਨੀਤੀ ਨਹੀਂ ਹੈ। ਇੱਕ ਜੱਜ ਸਾਹਿਬ ਸੀ ਜੀ
ਜਿਨ੍ਹਾਂ ਨੇ ਦਿੱਲੀ ਵਾਲੇ ਦੰਗਿਆਂ ਵੇਲੇ ਹੂੰ ਰਾਤ ਨੂੰ ਅਦਾਲਤ ਲਾ ਲਈ ਸੀ। ਉਹ ਵੀ ਨਵਾਂ ਰਿਵਾਜ ਹੀ ਚੱਲ ਗਿਆ, ਅਦਾਲਤਾਂ ਹੀ ਚਲੋ ਰਾਤ ਨੂੰ ਅਦਾਲਤ ਲੱਗ ਲਈ, ਉਹ ਜ਼ਰੂਰੀ ਸੀ ਕਿਉਂਕਿ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਐਡਮਿਟ ਸੀ ਉਹਨਾਂ ਨੂੰ ਜਿਹੜਾ ਹੈਗਾ ਕਰਨਾ ਸੀ, ਆਕਸੀਜਨ ਦੇਣੀ ਸੀ, ਦੂਜੇ ਪਾਸੇ ਹੋਰ ਹਸਪਤਾਲ 'ਚ ਲੈ ਕੇ ਜਾਣਾ ਸੀਗਾ, ਰੈਫਰਲ ਹਸਪੀਟਲ 'ਚ ਲੈ ਕੇ ਜਾਣਾ ਸੀ। ਅਗਾਂਹ ਬਲਵਾਕਾਰੀ ਜਿਹੜੇ ਹੈਗੇ ਦੰਗਾਕਾਰੀ ਬਾਹਰ ਖੜੇ ਟੱਪਣ ਨਹੀਂ ਦਿੰਦੇ। ਪੁਲਿਸ ਨੂੰ ਹਦਾਇਤਾਂ ਕਰਨ ਵਾਸਤੇ ਜੱਜ ਸਾਹਿਬ ਨੇ ਰਾਤ ਨੂੰ ਲਾ ਲਈ ਅਦਾਲਤ ਜੀ। ਜੱਜ ਸਾਹਿਬ ਹਾਲਾਂਕਿ ਅੰਡਰ ਟਰਾਂਸਫਰ ਸੀ ਪਰ ਨਾਲ ਦੀ ਨਾਲ ਰਿਲੀਵ ਕਰਤਾ ਕਿ ਅਗਲੀ ਸੁਣਵਾਈ ਨਾ ਕਰ ਲੈਣ। ਉਹ ਚੰਡੀਗੜ੍ਹ ਆ ਗਈ ਸੀ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿੱਥੇ ਨਹੀਂ ਰਾਜਨੀਤੀ ਹੁੰਦੀ। ਕਹਿੰਦੇ ਜੱਜ ਸਾਹਿਬ ਲਿਖਦੇ ਆ ਕਿ ਇਹਦੇ 'ਚ ਰਾਜਨੀਤੀ ਹੈ। ਸੁਮੇਰ ਸਿੰਘ ਸੈਣੀ ਵਾਲੇ ਕੇਸ ਦੇ ਵਿੱਚ ਰੇਅਰੈਸਟ ਰੇਅਰ ਕੇਸ। ਉਹ ਕਹਿੰਦੇ ਰੇਅਰੈਸਟ ਰੇਅਰ ਕੇਸ ਉਹ ਨਹੀਂ, ਰੇਅਰੈਸਟ ਰੇਅਰ ਕੇਸ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਜੀ ਰੇਅਰੈਸਟ ਰੇਅਰ ਕੇਸ ਹੈ। ਸਾਡੇ ਨਾਲ ਜ਼ਿਆਦਤੀ ਕਿਉਂ ਨਹੀਂ ਹੁੰਦੀ, ਧੱਕਾ ਕਿਉਂ ਨਹੀਂ ਹੁੰਦਾ। ਇਹ ਗੱਲਾਂ ਉਹਨਾਂ ਨੇ ਕਹੀਆਂ ਔਰ ਉਹਨਾਂ ਨੇ ਮੈਂ ਥੋੜਾ ਸਵਾਲ ਕੀਤਾ ਵੀ ਆਹ ਦੇਖੋ ਕੌਣ ਕਹਿੰਦਾ ਵੀ ਸਾਡੇ ਨਾਲ ਧੱਕਾ ਨਹੀਂ ਹੁੰਦਾ। ਕਹਿੰਦੇ ਆਹ ਗੱਲਾਂ ਇਹਨਾਂ ਤੇ ਗੱਲ ਇਹਦੇ ਤੇ ਉਹਨਾਂ ਨੇ ਕੀਤਾ ਕਿ ਅਗਲੀ ਫਿਰ ਉਹਨਾਂ ਨੇ ਗੱਲ ਕਹੀ ਹੈ, ਕਹਿੰਦੇ ਵੀ 10 ਸਾਲ ਹੋ ਗਏ 10 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨਹੀਂ ਹੋਈਆਂ, ਉਹਨਾਂ ਦੀਆਂ ਚੋਣਾਂ ਨਹੀਂ ਕਰਵਾ ਰਹੀ ਸੈਂਟਰ ਸਰਕਾਰ। ਭਾਰਤ ਦੀ ਪਾਰਲੀਮੈਂਟ ਮਗਰੋਂ ਬਣਦੀ ਹੈ ਜੀ। ਪਹਿਲਾਂ ਜਿਹੜੀ ਹੈ ਸਿੱਖ ਪਾਰਲੀਮੈਂਟ ਬਣੀ ਹੈ, ਪਹਿਲਾਂ ਅਸੈਂਬਲੀ ਹੁੰਦੀ ਸੀ ਭਾਰਤ ਦੀ ਨੈਸ਼ਨਲ ਅਸੈਂਬਲੀ। ਠੀਕ ਹੈ, ਇਹ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ ਉਹ ਬਣ ਗਈ। ਪਿਛਲੇ 10 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ। ਕਿਉਂ ਨਹੀਂ ਚੋਣਾਂ ਹੋਈਆਂ? ਕਿਉਂਕਿ ਇੱਥੇ ਵੀ ਰਾਜਨੀਤੀ ਹੁੰਦੀ ਹੈ, ਸਾਡੇ ਧਰਮ ਦੇ ਨਾਲ ਕਹਿੰਦੇ ਖਿਲਵਾੜ ਹੁੰਦਾ, ਰਾਜਨੀਤੀ ਹੁੰਦੀ ਹੈ। ਸੋ 3-4 ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ। ਕੱਲ ਉਹਨਾਂ ਨੇ ਇਹ ਵੀ ਗੱਲ ਕਹੀ, ਬੜੀ ਠੋਕ ਕੇ ਗੱਲ ਕਹੀ। ਉਹ ਕਹਿੰਦੇ ਕੰਟੈਂਪਟ ਨਹੀਂ ਬਣ ਸਕਦੀ ਜੀ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਲਾਓ ਖਬਰਾਂ ਲਾਓ, ਲਿਖੋ, ਕੰਟੈਂਪਟ ਨਹੀਂ ਕਰ ਸਕਦੀ। ਔਰ ਨਾਲ ਫਿਰ ਉਹਨਾਂ ਨੇ ਜੱਜ ਸਾਹਿਬ ਤੇ ਇਲਜ਼ਾਮ ਲਾਇਆ ਬਹੁਤ ਵੱਡਾ ਜੀ। 2 ਗੱਲਾਂ ਕਹੀਆਂ ਦਾਨੇ ਵਾਲੀਆਂ ਸਾਹਿਬ, ਮੈਂ ਉਹਨਾਂ ਦੀ ਪੁਸ਼ਟੀ ਨਹੀਂ ਕਰਦਾ, ਲੇਕਿਨ ਇਹ ਮਾਨ ਸਾਹਿਬ ਨੇ ਕਹੀਆਂ। ਉਹ ਕਹਿੰਦੇ ਵੀ ਜਾਂ ਤਾਂ ਜੱਜ ਮੁਤਸਵੀ ਹੈ ਜੀ ਤੇ ਜਾਂ ਇਸ ਮਾਮਲੇ 'ਚ ਕੋਈ ਵੱਡੀ ਸੌਦੇਬਾਜ਼ੀ ਹੋਈ ਹੈ। ਦੋ ਚੀਜ਼ਾਂ ਕੱਲ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਕਿਹਾ। ਤੇ ਉਹਨੇ ਕਿਹਾ ਕਿ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਦੀ ਹਾਲਤ ਕੀ ਹੈ, ਉਹ ਤਫਸੀਲ ਦੇ ਨਾਲ ਉਹਨਾਂ ਨੇ ਕੱਲ ਦੱਸੀ ਜੀ। ਔਰ ਇਸ ਉਮਰ ਦੇ ਵਿੱਚ ਬੰਦਾ ਤੁਸੀਂ ਦੇਖੋ ਵੀ ਉਹਨੂੰ ਦੁਪਹਿਰੇ ਆਉਣਾ ਪਿਆ, ਦੁਪਹਿਰੇ ਆ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਔਰ ਪ੍ਰੈਸ ਕਾਨਫਰੰਸ ਕਰਕੇ ਉਹਨੇ ਇਲਜ਼ਾਮ ਲਾਏ ਹੈ। ਦਰਦ ਵੀ ਆਪਦਾ ਦੱਸਿਆ, ਪਰ ਉਹਦੇ 'ਚ ਦਰਦ ਝਲਕਦਾ ਸੀ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜੋ ਗੱਲਾਂ ਕੱਲ ਕਰੀਆਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੂਜੇ ਪਾਸੇ ਇੱਕ ਹੋਰ ਸਿਆਸਤਦਾਨ ਦਾ ਦਰਦ ਸਾਹਮਣੇ ਆਇਆ। ਕਹਿੰਦੇ ਸਿਆਸਤ ਦੀ ਵੇਦੀ ਤੇ ਕਹਿੰਦੇ ਬੌਧਿਕ ਆਜ਼ਾਦੀ ਦਾ ਬਲੀਦਾਨ ਨਹੀਂ ਦੇਣਾ ਚਾਹੀਦਾ। ਇਹ ਕਿਉਂ ਝਲਕਿਆ? ਇਹ ਵੀ ਸਿਆਸਤਦਾਨ ਹੈ, ਬਿਊਰੋਕਰੇਟ ਤੋਂ ਸਿਆਸਤਦਾਨ ਬਣੇ ਜੀ। ਕਿਸੇ ਵੇਲੇ ਸਾਡੀ ਫੋਰਨ ਅਫੇਅਰਸ ਮਿਨਿਸਟਰੀ ਦੇ ਜੀ ਬਹੁਤ ਵੱਡੇ ਅਫਸਰ ਹੁੰਦੇ ਸੀ, ਸ਼ਸ਼ੀ ਥਰੂਰ ਜੀ, ਔਰ UNO ਦੇ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰਦੇ ਰਹੇ। ਇਹਨਾਂ ਨੇ ਹੁਣ ਇਹ ਗੱਲ ਕਹੀ ਹੈ, ਕੇਰਲਾ ਨੂੰ ਬਿਲੋਂਗ ਕਰਦੇ, ਉੱਥੋਂ ਦੇ ਪਾਰਲੀਮੈਂਟ ਦੇ ਮੈਂਬਰ ਹੈ, ਔਰ G23 ਦੇ ਵਿੱਚ ਵੀ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਹਨਾਂ ਨੂੰ ਗੱਲ ਕਿਉਂ ਕਹਿਣੀ ਪਈ? ਕਿਉਂਕਿ ਕਨੂਰ ਯੂਨੀਵਰਸਿਟੀ ਹੈ ਕੇਰਲਾ ਦੀ ਇੱਕ, ਉਹਨਾਂ ਨੇ ਜੀ 2 ਗੱਲਾਂ ਕੀਤੀਆਂ ਜੀ। ਉਹਨਾਂ ਨੇ ਜਿਹੜਾ ਤੁਹਾਡਾ ਪੋਸਟ ਗ੍ਰੈਜੂਏਟ ਸਿਲੇਬਸ ਹੈ ਜੀ, ਉਹਦੇ ਵਿੱਚ ਸ਼ਾਸਨ ਤੇ ਰਾਜਨੀਤੀ ਇਸ ਵਿਸ਼ੇ ਦੇ ਤਹਿਤ 2 ਬੰਦਿਆਂ ਨੂੰ ਸ਼ਾਮਲ ਕੀਤਾ ਹੈ। ਅੱਛਾ ਜੀ। ਇੱਕ ਦਾ ਨਾਂ ਹੈਗਾ ਜਿਹੜਾ RSS ਦਾ ਮੁਖੀ ਸੀ, MS ਗੋਲਵਾਲਕਰ ਜੀ, ਤੇ ਦੂਜੇ ਹਿੰਦੂ ਮਹਾਸਭਾ ਦੇ ਜਿਹੜੇ ਪ੍ਰਧਾਨ ਹੁੰਦੇ ਸੀ ਆਪਦੇ ਜ਼ਮਾਨੇ ਦੇ, ਵਿਨਾਇਕ ਦਮੋਦਰ ਸਾਵਰਕਰ ਜੀ। ਇਹਨਾਂ ਦੀਆਂ ਜਿਹੜੀਆਂ ਕਿਤਾਬਾਂ, ਇਹਨਾਂ ਦੀਆਂ ਕਿਤਾਬਾਂ ਦੇ ਸਾਰ-ਅੰਸ਼ ਨੂੰ ਸ਼ਾਸਨ ਤੇ ਰਾਜਨੀਤੀ ਦੇ ਵਿਸ਼ੇ ਦੇ ਵਿੱਚ, ਮਤਲਬ ਪੋਸਟ ਗ੍ਰੈਜੂਏਟ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਅੱਛਾ ਜੀ। ਉਹ ਕਹਿੰਦੇ ਵੀ ਕਰਨ, ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ, ਪਰ ਇਤਰਾਜ਼ ਇਹ ਹੁੰਦਾ ਹੈ ਕਿ ਹੋਰਾਂ ਦੇ ਵਿਚਾਰਾਂ ਨੂੰ ਜੀ ਅਣਗੌਲਿਆ ਕਰਕੇ ਤੁਸੀਂ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹੋ। ਤੇ ਜਦੋਂ ਤੁਸੀਂ ਹਰਾਉਣ ਦੀ ਕੋਸ਼ਿਸ਼ ਕਰਦੇ ਹੋ, ਇਹ ਤੁਸੀਂ ਹਰਾ ਨਹੀਂ ਸਕਦੇ ਜੀ ਅਣਗੌਲਿਆਂ ਕਰਕੇ। ਤੁਸੀਂ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਦੇ ਹੋ। ਬਿਲਕੁਲ। ਕਿਉਂਕਿ ਕੌਣ ਨਹੀਂ ਜਾਣਦਾ ਵੀ ਸਾਵਰਕਰ ਸ਼ਾਸਨ ਤੇ ਜਿਹੜਾ ਹੈਗਾ ਰਾਜਨੀਤੀ ਜੀ, ਇਹਨਾਂ ਲਈ ਇਹਨਾਂ ਨੇ ਸ਼ਾਸਨ ਤਾਂ ਕੀਤਾ ਹੀ ਨਹੀਂ। ਸ਼ਾਸਨ ਇਹਨਾਂ ਨੇ ਦੇਖਿਆ ਤੇ ਰਾਜਨੀਤੀ ਇਹਨਾਂ ਨੇ ਕਿਹੋ ਜਿਹੀ ਕੀਤੀ ਹੈ? ਰਾਜਨੀਤੀ ਉਹ ਕੀਤੀ ਹੈ ਜਿਹੜੀ ਰਾਜਨੀਤੀ ਤੁਹਾਡੀ ਜਿਹੜੀ ਹੈ ਜੰਗੇ ਆਜ਼ਾਦੀ ਦੇ ਨਾਲ ਮੇਲ ਹੀ ਨਹੀਂ ਖਾਂਦੀ। ਬਿਲਕੁਲ। ਇਹ ਤਾਂ ਅੰਦਰ ਉਲਟ ਚੱਲਦੀ। ਇਹ ਤਾਂ ਅੰਦਰ ਬੈਠ ਕੇ ਉੱਥੋਂ ਮਤਲਬ ਜਿਹੜਾ ਹੈਗਾ ਜੇਲ੍ਹ ਦੇ ਵਿੱਚੋਂ ਚਿੱਠੀਆਂ ਲਿਖਦੇ ਸੀ ਕਿ ਸਾਨੂੰ ਮਾਫ ਕਰ ਦਿਓ, ਅਸੀਂ ਗਲਤੀ ਕਰ ਬੈਠੇ ਹਾਂ ਜੀ। ਸਾਵਰਕਰ ਸਾਹਿਬ ਨੇ ਤੁਹਾਡੇ ਸਾਵਰਕਰ ਸਾਹਿਬ ਕਹਿੰਦੇ ਸੀ ਮੈਂ ਅੰਦਰ ਬੈਠਾ ਤੁਹਾਡੇ ਲਈ ਲਾਹੇਬੰਦ ਨਹੀਂ, ਜੇ ਮੈਂ ਬਾਹਰ ਆ ਗਿਆ ਤਾਂ ਤੁਹਾਡੇ ਲਈ ਲਾਹੇਬੰਦ ਹੋਊਂਗਾ ਜੀ।
ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਲੀਡਰ ਦੱਸ ਦਿਓ ਹੂੰ ਜਿਹਨੇ ਜੰਗੇ ਆਜ਼ਾਦੀ ਦੇ ਵਿੱਚ ਭਾਗ ਲਿਆ ਹੋਵੇ, ਜਿਹਦੇ ਤੇ ਫਖਰ ਕਰ ਸਕਣ, ਮਾਣ ਕਰ ਸਕਣ। ਹੂੰ ਇਹਨਾਂ ਦਿਨਾਂ ਦੇ ਮੈਦਾਨੇ ਵਾਲੀਆ ਸਾਹਿਬ ਇੱਕ ਰੌਲਾ ਪੈ ਰਿਹਾ, ਜੀ ਉਹ ਰੌਲਾ ਹੈਗਾ ਜਲਿਆਂਵਾਲੇ ਬਾਗ ਨਾਲ ਸੰਬੰਧਿਤ, ਜੀ ਕਿ ਜਲਿਆਂਵਾਲੇ ਬਾਗ ਦੀ ਜਿਹੜੀ ਉਹ ਭੀੜੀ ਗਲੀ ਸੀ, ਹੂੰ ਜਿਸ ਗਲੀ ਦੇ ਥਾਣੀ ਦੀ ਜਨਰਲ ਡਾਇਰ ਆਪਦੇ ਫੌਜੀਆਂ ਨੂੰ ਲੈ ਕੇ ਆਇਆ ਸੀ, ਕਿਉਂਕਿ ਅੰਦਰ ਟੈਂਕ ਤੇ ਗੱਡੀਆਂ ਨਹੀਂ ਸੀ ਬਣਦੀਆਂ, ਜੀ ਵੜ ਨਹੀਂ ਸਕਦੀਆਂ ਸੀ। ਜਦੋਂ ਵੜ ਨਹੀਂ ਸਕਦੀਆਂ ਸੀ, ਉਸ ਭੀੜੀ ਗਲੀ ਦੇ ਰਾਹੀਂ ਆ ਕੇ ਤੇ ਉਹਨੇ ਤੇ ਗੋਲੀਬਾਰੀ ਕੀਤੀ। ਹੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਮਾਰੇ ਗਏ, ਬਹੁਤ ਸਾਰੇ ਲੋਕ ਖੂਹ 'ਚ ਡਿੱਗ ਪਏ। ਹੁਣ ਰੈਨੋਵੇਸ਼ਨ ਦੇ ਨਾਂ ਦੇ ਉੱਤੇ, ਸੁੰਦਰੀਕਰਨ ਦੇ ਨਾਂ ਦੇ ਉੱਤੇ ਜਿਹੜੀ ਭੀੜੀ ਗਲੀ ਹੈ, ਉਹਦੇ ਵਿੱਚ ਉਹ ਸਾਰੇ ਨਿਸ਼ਾਨ ਮਿਟਾਤੇ। ਹੂੰ ਉੱਥੇ ਕੀ ਲਾਤੇ? ਉੱਥੇ ਜੀ ਦਿਲ ਨੂੰ ਬਹਿਲਾਉਣ ਵਾਲੀਆਂ ਤਸਵੀਰਾਂ ਬੁੱਤਲਾ ਤੇ ਜਿਹੜੀ ਤੁਹਾਡੀ ਜਿਹੜਾ ਖੂਹ ਸੀ, ਹੂੰ ਚਲੋ ਖੂਹ ਨੂੰ ਢੱਕ ਦੇਣਾ ਵੱਖਰੀ ਗੱਲ ਸੀ, ਉਹਨੂੰ ਐਨ ਪੂਰੀ ਤਰ੍ਹਾਂ ਜਿਹੜਾ ਹੈਗਾ ਪਾਰਦਰਸ਼ੀ ਕਰਕੇ ਉਹਨੂੰ ਜਿਹੜੀ ਉਹਦੀ ਅਸਲੀਅਤ ਹੈ ਉਹ ਖਤਮ ਕਰਤੀ। ਜੀ। ਔਰ ਤੁਸੀਂ ਜਲਿਆਂਵਾਲੇ ਬਾਗ ਦੇ ਵਿੱਚ ਤੁਸੀਂ ਵੀ ਗਏ ਹੋਵੋਗੇ, ਮੈਂ ਵੀ ਗਿਆ, ਬੜੇ ਵਾਰੀ ਗਏ। ਜਦੋਂ ਜਲਿਆਂਵਾਲੇ ਬਾਗ 'ਚ ਵੜੀਦਾ ਹੂੰ ਤੇ ਵੜਦਿਆਂ ਸਾਰ ਉੱਥੇ ਇੱਕ ਸਰੀਰ ਦੇ ਵਿੱਚ ਅਜੀਬ ਕਿਸਮ ਦੀ ਜਿਹੜੀ ਹੈਗੀ ਝੁੰਚਣੀ ਸ਼ੁਰੂ ਹੋ ਜਾਂਦੀ ਹੈ। ਜੀ ਜੀ। ਇੱਕ ਅਜੀਬ ਕਿਸਮ ਦਾ ਜੋਸ਼ ਸ਼ੁਰੂ ਹੋ ਜਾਂਦਾ ਸੀ ਕਿ ਇੱਥੇ ਆ ਕੁਝ ਹੋਇਆ। ਹੂੰ ਤੇ ਉਹੀ ਜੋਸ਼ ਸੀ ਜਿਸ ਜੋਸ਼ ਨੇ ਰਾਮ ਮੁਹੰਮਦ ਸਿੰਘ, ਜਿਨ੍ਹਾਂ ਨੇ ਆਪਣਾ ਨਾਂ ਰੱਖਿਆ ਸੀ ਉਹਨਾਂ ਦਾ ਊਧਮ ਸਿੰਘ, ਜੀ ਜੀ, ਤੇ ਉਹਨਾਂ ਨੇ ਲੰਡਨ ਦੇ ਵਿੱਚ ਜਾ ਕੇ ਕੀ ਕੀਤਾ ਸੀ ਆਪਾਂ ਨੂੰ ਪਤਾ ਹੀ ਹੈ। ਜਨਰਲ ਉਹਨੂੰ ਅਡਵਾਇਰ ਨੂੰ ਮਾਰਿਆ ਸੀ। ਹੂੰ ਉਹ ਤੋਂ ਬਾਅਦ ਜੇ ਆਪਾਂ ਦੇਖੀਏ ਇੱਥੇ ਸਾਡੇ ਆਪਣੇ ਦੇਸ਼ ਦੇ ਵਿੱਚ, ਜੀ, ਸਾਡੇ ਆਪਣੇ ਦੇਸ਼ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੀ। ਹੂੰ ਉਹ ਜਦੋਂ ਗਏ ਸੀ ਜਲਿਆਂਵਾਲੇ ਬਾਗ ਦੇ ਵਿੱਚ, ਉੱਥੋਂ ਦੀ ਮਿੱਟੀ ਚੁੱਕੀ ਸੀ ਉਹਨਾਂ ਨੇ, ਬਿਲਕੁਲ, ਔਰ ਅੰਤਮ ਸਮੇਂ ਤੱਕ ਉਹ ਮਿੱਟੀ ਨੂੰ ਆਪਣੇ ਨਾਲ ਰੱਖਦੇ ਸੀ। ਹੂੰ ਕਿੱਡਾ ਵੱਡਾ ਪ੍ਰੇਰਨਾ ਸਰੋਤ ਸੀ। ਤੇ ਅੱਜ ਉਹਦੀ ਹਾਲਤ ਕੀ ਬਣਾਤੀ? ਅੱਜ ਉਹਦੀ ਹਾਲਤ ਇਹ ਬਣਾ ਦਿੱਤੀ ਕਿ ਉਹ ਇੱਕ ਪਿਕਨਿਕ ਸਪੌਟ ਲੱਗਦਾ ਹੈ, ਦੱਸੋ, ਇੱਕ ਸੈਰਗਾਹ ਲੱਗਦੀ ਹੈ। ਇਹ ਕਾਹਦੀ ਖਾਤਰ ਕੀਤਾ ਹੈ? ਕਿਉਂਕਿ ਇਤਿਹਾਸ ਜਿਨ੍ਹਾਂ ਨੇ ਆਪ ਆਜ਼ਾਦੀ ਦੀ ਲੜਾਈ ਨਹੀਂ ਲੜੀ, ਉਹ ਨਹੀਂ ਚਾਹੁੰਦੇ ਆਜ਼ਾਦੀ ਦੀ ਲੜਾਈ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਹੈ ਕਿ ਉਹ ਗੱਲ ਹੀ ਉਹਨੂੰ ਉਹ ਚੈਪਟਰ ਹੀ ਕਲੋਜ਼ ਹੋ ਜਾਏ। ਚੈਪਟਰ ਹੀ ਕਲੋਜ਼ ਹੋ ਜਾਏ। ਇਹ ਵੀ ਇੱਕ ਬਹੁਤ ਵੱਡੀ ਸ਼ਾਇਦ ਵੀ ਕੱਲ ਨੂੰ ਭੁੱਲ ਜਾਣਗੇ ਲੋਕ, ਤਾਂ ਤਾਂ ਆਪਣੇ ਇਸੇ ਕਰਕੇ ਕੋਰਸ ਦੇ ਵਿੱਚ ਇਹੋ ਜਿਹੀਆਂ ਕਿਤਾਬਾਂ ਲਾ ਰਹੇ। ਹਾਂ ਤੇ ਜਿਹੜੇ ਵਿਦਵਾਨ ਬੰਦੇ ਆ ਉਹਨਾਂ ਨੂੰ ਕੱਢਿਆ ਜਾ ਰਿਹਾ। ਜਿਹੜੇ ਵਿਦਵਾਨ ਆ, ਜਿਹੜੇ ਅਸਲ ਦੇ ਵਿੱਚ ਵਿਦਵਾਨ ਆ, ਉਹਨਾਂ ਨੂੰ ਕੱਢਿਆ ਜਾ ਰਿਹਾ। ਹੂੰ ਜੀ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਮੇਰੀ ਗੁਜ਼ਾਰਿਸ਼ ਹੈ ਜੀ ਸਭ ਤੋਂ ਜ਼ਿਆਦਾ ਉਹਨਾਂ ਵੀਰਾਂ ਨੂੰ ਜਿਹੜੇ ਸਾਨੂੰ ਫੇਸਬੁੱਕ ਅਤੇ YouTube ਚੈਨਲ ਤੇ ਸੁਣਦੇ ਨੇ ਕਿ ਰੇਡੀਓ ਪੰਜਾਬ ਟੂਡੇ ਦਾ ਇਹ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੇਠਾਂ ਕਮੈਂਟ ਜ਼ਰੂਰ ਕਰੋ। ਤੇ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਹੈ ਜਿਹੜੀ ਉਹ ਗੂਗਲ ਪਲੇ ਸਟੋਰ ਤੋਂ ਜਾਂ ਆਪਣੇ iOS ਤੋਂ ਡਾਊਨਲੋਡ ਕਰ ਸਕਦੇ ਹੋ। ਗੂਗਲ ਐਪ ਦੇ ਉੱਤੇ ਤੁਹਾਨੂੰ ਤਮਾਮ ਵੀਡੀਓ, ਆਡੀਓ ਤੇ ਖਬਰਾਂ ਜਿਹੜੀਆਂ ਨੇ ਪੜ੍ਹਨ ਤੇ ਸੁਣਨ ਨੂੰ ਮਿਲਣਗੀਆਂ। ਅਗਲੀ ਖਬਰ ਦੇ ਉੱਤੇ ਭਗਵੰਤ ਮਾਨ ਵੱਲ ਥੋੜ੍ਹਾ ਜਿਹਾ ਮੁੜੀਏ ਕਿ ਢਿੱਲੋਂ ਸਾਹਿਬ ਚਰਚਾ ਬੜੀ ਚੱਲ ਰਹੀ ਹੈ ਕਿ ਭਗਵੰਤ ਮਾਨ ਨਾਲ ਸੁੱਚਾ ਸਿੰਘ ਛੋਟੇਪੁਰ ਵਾਲੀ ਹੋਣ ਜਾ ਰਹੀ ਹੈ। ਲਗਭਗ ਮੇਰਾ ਖਿਆਲ ਹੈ ਵੀ ਫੈਸਲਾ ਹੋ ਗਿਆ। ਐਗਜ਼ੈਕਟਿਵ ਚੋਂ ਕਿਉਂ ਨਹੀਂ ਮੀਟਿੰਗ 'ਚ ਗਿਆ? ਫਿਰ ਦੇਖੋ, ਨੈਸ਼ਨਲ ਐਗਜ਼ੈਕਟਿਵ ਦੀ ਮੀਟਿੰਗ ਹੋਈ ਸੀ ਕੱਲ੍ਹ, ਤੇ ਇਹ ਨੈਸ਼ਨਲ ਐਗਜ਼ੈਕਟਿਵ ਦੀ ਮੀਟਿੰਗ ਹੋਈ ਕਿਉਂਕਿ ਪਹਿਲਾਂ ਨੈਸ਼ਨਲ ਐਗਜ਼ੈਕਟਿਵ ਦੀ ਇਹਨਾਂ ਨੇ ਕੋਈ ਚੋਣ ਕੀਤੀ ਸੀ ਜੀ, ਔਰ ਉਹ ਤੋਂ ਬਾਅਦ ਫਿਰ ਇਹਨਾਂ ਨੇ ਆਪਣੀ ਕੌਮੀ ਲੀਡਰਸ਼ਿਪ ਚੁਣਨੀ ਹੁੰਦੀ ਹੈ। ਉਹ ਨੈਸ਼ਨਲ ਐਗਜ਼ੈਕਟਿਵ ਨੇ ਚੁਣਨੀ ਹੁੰਦੀ ਹੈ ਜੀ। ਪੰਜਾਬ ਸਟੇਟ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਹੂੰ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਹੱਕ ਬਣਦਾ ਸੀ ਕਿ ਇਹ ਉਹਦੇ ਵਿੱਚ ਆਪਣਾ ਭਾਗ ਲੈਂਦੇ, ਜੀ, ਲੇਕਿਨ ਇਹਨਾਂ ਨੇ ਭਾਗ ਨਹੀਂ ਲਿਆ। ਇਹ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਪਹਿਲਾਂ ਇਹਨਾਂ ਨੇ ਡਿਸਾਈਡ ਕਰ ਲਿਆ ਸੀ, ਪਹਿਲਾਂ ਜਿਹੜਾ ਕੌਮੀ ਕਨਵੀਨਰ ਹੈ ਜਾਂ ਦੂਜੇ ਅਹੁਦੇਦਾਰ ਉਹਨਾਂ ਦੀ ਮਿਆਦ ਹੁੰਦੀ ਸੀ 2 ਸਾਲ। ਜੀ। ਹੁਣ ਇਹਨਾਂ ਨੇ ਆਪਣੇ ਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ ਉਹ ਮਿਆਦ ਕਰਤੀ ਹੈ 5 ਸਾਲ। ਅੱਛਾ ਜੀ। ਹੁਣ 5 ਸਾਲ ਦੇ ਲਈ ਤਾਂ ਚੁਣੇ ਗਏ ਹੈ ਜੀ ਮਿਸਟਰ ਕੇਜਰੀਵਾਲ ਸਾਹਿਬ ਜੀ, ਕਨਵੀਨਰ, ਤੇ ਉਹਨਾਂ ਦੇ ਨਾਲ ਜਿਹੜੇ ਦੂਜੇ ਲੋਕ ਚੁਣੇ ਗਏ ਹੈ ਉਹਨਾਂ ਦੇ ਵਿੱਚ ਖਜ਼ਾਨਚੀ ਚੁਣੇ ਗਏ ਹੈ ਜੀ ਪੰਕਜ ਗੁਪਤਾ ਜੀ, ਤੇ ਜਿਹੜੇ ਸੈਕਟਰੀ ਚੁਣੇ ਗਏ ਹੈ ਉਹ ਚੁਣੇ ਗਏ ਹੈ ND ਗੁਪਤਾ ਜੀ। 3 ਬੰਦੇ ਇਹ ਚੁਣੇ ਗਏ ਹੈ ਜੀ। ਤੇ ਨਾਲ ਇਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਸਾਡੇ 'ਚ ਚੋਣਾਂ ਆ ਗਈਆਂ, ਪੰਜਾਬ ਦੇ ਵਿੱਚ ਚੋਣਾਂ ਲੜਨੀਆਂ, ਤੇ ਚੋਣਾਂ ਲੜਨ ਵਾਸਤੇ ਪੈਸੇ ਹੈ ਨਹੀਂ, ਲੋਕ ਫੰਡ ਵੀ ਦੇਣ। ਜੀ। ਫੰਡ ਵੀ ਮੰਗ ਲਿਆ, ਪਰ ਭਗਵੰਤ ਸਿੰਘ ਮਾਨ ਦਾ ਉਹਦੇ ਵਿੱਚ ਨਾ ਜਾਣਾ ਇਹ ਖਟਕਦਾ ਜ਼ਰੂਰ ਹੈ। ਅੱਛਾ ਜੀ। ਇਹ ਕਿਉਂ ਨਹੀਂ ਗਏ? 2 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਆਈ ਸੀ ਜਿਹੜੀ ਕੇਜਰੀਵਾਲ ਨੇ ਪਾਈ ਸੀ। ਜੀ। ਕੇਜਰੀਵਾਲ ਨੇ ਕਿਹਾ ਸੀ ਕਿ ਜਿਹੜੇ ਲੋਕ
ਅਹੁਦਾ ਮੰਗਦੇ ਹੈ, ਹੂੰ ਸਾਡੀ ਨਜ਼ਰ ਦੇ ਵਿੱਚ ਉਹ ਅਹੁਦੇ ਦੇ ਕਾਬਿਲ ਨਹੀਂ। ਅੱਛਾ ਜੀ, ਜਿਹੜਾ ਬੰਦਾ ਕਾਬਿਲ ਹੁੰਦਾ ਕਹਿੰਦੇ ਕਦੇ ਅਹੁਦਾ ਨਹੀਂ ਮੰਗਦਾ। ਮੰਗਦਾ ਨਹੀਂ ਹੁੰਦਾ। ਕਾਬਿਲ ਬੰਦਿਆਂ ਦੇ ਘਰੇ ਕਹਿੰਦੇ ਅਸੀਂ ਆਪ ਜਾ ਕੇ ਉਹਨੂੰ ਅਹੁਦਾ ਦੇ ਅਹੁਦਾ ਕੇ ਦਿੰਦੇ ਆ ਵੀ ਭਾਈ ਤੂੰ ਅਹੁਦੇਦਾਰ ਬਣ। ਹੁਣ ਇਹ ਅਹੁਦਾ ਮੰਗਦਾ ਕੌਣ ਹੈ ਹੂੰ ਇਹ ਵੀ ਦੇਖਣੀ ਪੈਣੀ ਹੈ। ਮੰਗਦਾ ਭਗਵੰਤ ਸਿੰਘ ਮਾਨ ਨੇ ਆਪ ਤਾਂ ਅਜੇ ਮੰਗਿਆ ਹੀ ਨਹੀਂ। ਹੂੰ ਅਜੇ ਤੱਕ ਤਾਂ ਉਹਨਾਂ ਦੇ ਸਪੋਰਟਰ ਮੰਗਦੇ ਹੈ ਜੀ, ਕਿ ਸੀਐਮ ਵਰਸਸ BM ਚੀਫ ਮਿਨਿਸਟਰ ਪੰਜਾਬ ਦਾ ਬਣਨਾ ਤਾਂ ਭਗਵੰਤ ਮਾਨ ਹੈ, ਇਹਨੂੰ ਬਣਾਇਆ ਜਾਵੇ। ਜੀ, ਉਹਨਾਂ ਦੇ ਸੱਜਣ ਸਾਥੀ, ਉਹਨਾਂ ਦੀ ਪਾਰਟੀ ਦੇ ਵਰਕਰ, ਉਹਨਾਂ ਦੇ ਵਲੰਟੀਅਰ ਉਹਨਾਂ ਦੇ ਘਰੇ ਆਉਂਦੇ, ਔਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਹਜ਼ਾਰਾਂ ਦੀ ਤਾਦਾਦ 'ਚ ਆਉਂਦੇ। ਆਉਂਦੇ, ਬਿਲਕੁਲ ਆਉਂਦੇ। ਲੁਧਿਆਣੇ ਤੋਂ ਲੈ ਕੇ ਉਹ ਚੰਡੀਗੜ੍ਹ ਤੱਕ ਮਾਰਚ ਵੀ ਕਰਦੇ ਹੈ। ਉਹ ਜਾ ਕੇ ਦਸਤਕ ਵੀ ਦਿੰਦੇ ਆ ਲੀਡਰਾਂ ਦੇ ਘਰੇ ਕਿ ਭਾਈ ਤੁਸੀਂ ਕਿਉਂ ਨਹੀਂ ਡਿਕਲੇਅਰ ਕਰਦੇ। ਪਰ ਜਿਹੜੇ ਹੈਗੇ ਕੇਜਰੀਵਾਲ ਸਾਹਿਬ ਤਿਆਰ ਨਹੀਂ। ਜੀ, ਇਹ ਨਾ ਤਿਆਰ ਹੋਣ ਦਾ ਮਤਲਬ ਕੀ ਹੈ? ਹੂੰ ਮਤਲਬ ਤਾਂ ਉਦੋਂ ਹੀ ਸਮਝ ਪੈ ਗਈ ਸੀ ਜਿੱਦਾਂ ਸੇਵਾ ਸਿੰਘ ਸੇਖਵਾਂ ਨੂੰ ਜੀ। ਜੁਆਇਨ ਕਰਵਾਇਆ, ਉਹਦੇ ਨਾਲ ਹੀ ਸੀ ਭਗਵੰਤ ਸਿੰਘ ਮਾਨ। ਹੂੰ ਲੇਕਿਨ ਭਗਵੰਤ ਸਿੰਘ ਮਾਨ ਫਿਰਦਾ ਨਾਲ ਸੀ ਜੀ, ਇੱਕ ਬੁੱਤ ਦੇ ਤੌਰ ਤੇ, ਨਾ ਉਹਨੂੰ ਕੋਈ ਨਾਲ ਰਲਾ ਰਿਹਾ ਸੀ, ਰਲਾ ਰਿਹਾ ਸੀ। ਨਾਲ ਰਲ ਨਾ ਕਾਕਾ ਸੰਗ ਨਾ ਹੰਸਾ ਸੰਗ, ਉਹ ਕੰਮ ਉਹ ਸੀ। ਮਤਲਬ ਫਿਰਦਾ ਜ਼ਰੂਰ ਸੀ। ਕਿਹਾ ਗਿਆ ਕਹਿੰਦੇ ਪਤਾ ਲੱਗਿਆ ਇਹ ਵੀ ਲੱਗਿਆ ਕਿ ਅੰਮ੍ਰਿਤਸਰ ਇੱਕ ਮੀਟਿੰਗ ਵੀ ਕੀਤੀ ਸੀ। ਹੂੰ ਉਹ ਰਾਘਵ ਚੰਨੇ ਨਾਲ ਤਾਂ ਮੀਟਿੰਗ ਕੀਤੀ ਹੈ ਤੇ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਨੂੰ ਬਾਹਰ ਬਾਤਾ ਇਹ ਦੋਨੇ ਬਾਹਰ ਬੈਠੇ ਰਹੇ। ਇਹਨਾਂ ਹਾਲਾਤਾਂ ਦੇ ਵਿੱਚ ਮੇਰੇ ਖਿਆਲ ਮੁਤਾਬਕ ਕਿ ਭਗਵੰਤ ਸਿੰਘ ਮਾਨ ਨੂੰ ਇੱਕ ਕੋਰਾ ਜਵਾਬ ਦੇ ਦਿੱਤਾ ਕਿ ਭਾਈ ਤੇਰੀ ਕੋਈ ਹੁਣ ਸਾਨੂੰ ਲੋੜ ਨਹੀਂ ਹੈ, ਬਹੁਤ ਹੋ ਗਿਆ। ਔਰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਵਾਲੀ ਗੱਲ, ਸੁੱਚਾ ਸਿੰਘ ਛੋਟੇਪੁਰ ਦੇ ਉੱਤੇ ਵੀ ਕਹਿੰਦੇ ਜੀ ਇੱਕ ਤਸਵੀਰ ਜੀ ਖਿੱਚ ਲਈ ਸੀ ਕਿ ਸਟਿੰਗ ਹੋਇਆ ਵਾ, ਉਸੀ ਪੱਲੇ ਕੁਝ ਵੀ ਨਹੀਂ ਹੈ ਪੱਲੇ ਕੁਝ ਵੀ ਨਹੀਂ। ਹੁਣ ਕਹਿੰਦੇ ਜੀ ਇੱਕ ਸਟਿੰਗ ਹੋਰ ਵੀ ਹੋਇਆ ਵਾ। ਹਾਂ, ਉਹ ਮੇਰਾ ਖਿਆਲ ਉਹੋ ਜਿਹਾ ਹੀ ਹੋਣਾ ਹੈ। ਉਹੋ ਜਿਹਾ ਹੀ ਕੁਛ ਹੈ ਜੀ। ਹੋਰ ਅੱਛਾ, ਹੁਣ ਭਗਵੰਤ ਮਾਨ ਦੇ ਉੱਤੇ ਇੱਕ ਇਲਜ਼ਾਮ ਲੱਗਦਾ, ਆਪਾਂ ਵੀ ਕਦੇ ਕਦੇ ਦੀ ਗੱਲ ਕਰ ਲੈਂਦੇ ਹਾਂ ਕਿ ਜੀ ਉਹਦੇ ਤੇ ਇੱਕ ਇਲਜ਼ਾਮ ਹੈ ਜੀ ਉਹ ਆਥਰੇ ਆਪਦੀ ਸ਼ਾਮ ਰੰਗੀਨ ਕਰ ਲੈਂਦਾ, ਗਰਾਰੇ ਬਾਹਲੇ ਕੌੜੇ ਕਰ ਲੈਂਦਾ। ਕੋਈ ਮੈਨੂੰ ਦਾਨੇ ਵਾਲੀਆ ਸਾਹਿਬ ਇਹ ਦੱਸ ਦਿਓ, ਬੇਸ ਮਾਫ ਕਰਨਾ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ, ਪਰ ਪੰਜਾਬ ਦੇ ਪਿੰਡਾਂ 'ਚ ਰਹਿਣ ਵਾਲਾ ਬੰਦਾ ਜਾਂ ਜਿਹੜਾ ਸਾਡਾ ਜੱਟ ਭਾਈਚਾਰੇ ਨਾਲ ਸੰਬੰਧਿਤ ਬੰਦੇ, ਕਿੰਨੇ ਕੁ ਬੱਚੇ ਹੋਣਗੇ ਉਸ ਬਿਮਾਰੀ ਤੋਂ? ਸਹੀ ਗੱਲ ਹੈ, ਕੋਈ 20-22% ਦੀ ਹੋਣਗੇ। ਨਾ ਜੀ 20-90% ਤੋਂ ਉੱਪਰ ਜਿਹੜੇ ਹੱਥ ਨੇ ਕੌੜੇ ਪਾਣੀ ਦੇ ਗਰਾਰੇ ਕਰਦੇ। ਮੈਂ ਬੱਚਿਆਂ ਦੀ ਗੱਲ ਕਰਦਾ। 10% ਮਸਾਂ ਬੱਚੇ ਹੋਣਗੇ। ਠੀਕ ਹੈ, ਹੁਣ ਜਿਹੜੀ ਚੀਜ਼ ਮਤਲਬ ਸਾਡੇ ਕੋ ਕਹਿੰਨੂੰ ਅਸੀਂ ਕਵਾਂਗੇ ਵੀ ਸਾਡੇ ਇੱਕ ਸੱਭਿਆਚਾਰ ਦਾ ਹਿੱਸਾ ਬਣ ਚੁੱਕੀ ਹੈ ਵੀ ਜੇ ਕੋਈ ਰਿਸ਼ਤੇਦਾਰ ਆ ਗਿਆ, ਕੋਈ ਮਿੱਤਰ ਪਿਆਰਾ ਆ ਗਿਆ ਤੇ ਉਹ ਕਹਿੰਦੇ ਵੀ ਭਾਵੇਂ ਉਹਨੂੰ ਕੜਾਹ ਪ੍ਰਸ਼ਾਦ ਕਰਕੇ ਦੇਈਓ, ਅਗਲਾ ਮੇਰੀ ਸੇਵਾ ਨਹੀਂ ਹੋਈ। ਸੇਵਾ ਹੋਇਆ ਵੀ ਭਾਵੇਂ ਗੰਦੀ ਜੀ ਲੈ ਆਓ, ਲਿਆ ਕੇ ਤੁਸੀਂ ਉਹ ਖੱਟੀ ਹੋਵੇ ਕੁਝ ਵੀ ਹੋਵੇ ਮਿੱਠੀ ਉਹ ਲਿਆ ਕੇ ਉਹ ਹਾਂ ਵੀ ਸੇਵਾ ਹੋਊਗੀ। ਇਸ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਭਗਵੰਤ ਸਿੰਘ ਮਾਨ ਦਾ ਪੱਤਾ ਕੱਟਣ ਵਾਲੀ ਕਹਾਣੀ ਹੋ ਗਈ ਹੈ। ਅਸਲ ਦੇ ਵਿੱਚ ਫਿਰ ਗੱਲ ਉਹੀ ਹੋ ਗਈ ਸਿਮਰਜੀਤ ਸਿੰਘ ਮਾਨ ਨਾਲ ਕੱਲ੍ਹ ਵੀ ਗੱਲਾਂ ਹੁੰਦੀਆਂ ਸੀ ਕਿ ਖੁਰਕ ਕਰਨ ਦਾ ਤੇ ਰਾਜ ਕਰਨ ਦਾ ਜਿਹੜਾ ਜੈਕਾ ਆਪਦਾ ਹੀ ਹੁੰਦਾ। ਮੇਰੇ ਖਿਆਲ ਮੁਤਾਬਕ ਕੇਜਰੀਵਾਲ ਸਾਹਿਬ ਦੇ ਦਿਮਾਗ ਦੇ ਵਿੱਚ ਇਹ ਆ ਵੀ ਪੰਜਾਬ ਸਟੇਟ, ਜਿਵੇਂ ਬਾਗੜੀ ਕਹਿੰਦੇ ਰਾਜ ਔਰ ਖਾਜ ਖੁਦ ਹੀ ਕਰੇ ਮਜੂ ਵਾਲਾ ਹੈ। ਇਹ ਤੁਸੀਂ ਦੇਖੋ ਕਿ ਚੰਡੀਗੜ੍ਹ ਦੇ ਵਿੱਚ ਮਤਲਬ ਇਹ ਵੀ ਹੈ ਕਿ ਪੰਜਾਬ ਕੀ ਲੋੜਦਾ ਹੈ ਕੇਜਰੀਵਾਲ, ਇਹ ਕਹਿੰਦੇ ਉੱਥੇ ਪੋਸਟਰ ਵੀ ਲੱਗਣੇ ਸ਼ੁਰੂ ਹੋ ਗਏ। ਅੱਛਾ, ਇਹ ਆਵਾਜ਼ਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਔਰ ਪਿੱਛੇ ਜੇ ਇੱਕ ਤੁਹਾਡੇ ਯਾਦ ਹੋਣਾ ਸੀ ਵੋਟਰ ਵਾਲਿਆਂ ਨੇ ਸਰਵੇ ਵੀ ਕੀਤਾ ਸੀ ਕੇਜਰੀਵਾਲ ਨੂੰ ਭਾਲਦੇ, ਉਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਾਪੂਲਰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਕੇਜਰੀਵਾਲ ਨੂੰ ਉਭਾਰਿਆ ਗਿਆ ਸੀ। ਇਹ ਜਿਹੜੀਆਂ ਸਾਰੀਆਂ ਖੇਡਾਂ ਚੱਲਦੀਆਂ ਹੁੰਦੀਆਂ, ਕਿਉਂਕਿ ਉਹ ਹੁਣ ਐਡੀ ਛੇਤੀ ਉਹਨਾਂ ਨੇ ਕਿੱਥੋਂ ਸਰਵੇ ਕਰ ਲਿਆ, ਐਡੋ ਕਿੱਥੋਂ ਆ ਗਿਆ, ਤੁਹਾਨੂੰ ਕੋਈ ਪੁੱਛਣ ਵਾਲਾ ਆ ਗਿਆ, ਕੋਈ ਮੈਨੂੰ ਪੁੱਛਣ ਵਾਲਾ ਆ ਗਿਆ। ਇਹ ਤਾਂ ਨਹੀਂ ਪੁੱਛਣ ਵਾਲੇ ਆਏ, ਆਪਣੇ ਕੋਲੇ ਕੁਝ ਜਿਹੜੇ ਹੈਗੇ ਫਿਰਦੇ ਜਿਵੇਂ ਜਿਨ੍ਹਾਂ ਨੇ ਹਾਇਰ ਕੀਤੇ ਹੋਏ ਆਪਣੀਆਂ ਕੰਪਨੀਆਂ ਕੀਤੀਆਂ, ਉਹਨਾਂ ਦੇ ਬੰਦੇ ਆਉਂਦੇ ਆ ਓਵਰਆਲ ਪੁੱਛਦੇ ਜੀ ਕਿ ਓਵਰਆਲ ਸਥਿਤੀ ਕੀ ਹੈ, ਕਿਹਦਾ ਕਿਸ ਪਾਰਟੀ ਨਾਲ ਮੁਕਾਬਲਾ। ਅਜੇ ਤੱਕ ਤਾਂ ਉਹਨਾਂ ਨੇ ਇਹ ਸਵਾਲ ਨਹੀਂ ਕੀਤਾ ਕਿ ਜਿੱਤੂਗਾ ਕੌਣ ਬਿਲਕੁਲ, ਜਾਂ ਪਾਪੂਲਰ ਕੌਣ ਹੈ। ਉਹ ਪੁੱਛਦੇ ਵੀ ਕਿਹੜੇ ਕਿੱਥੋਂ ਅਜੇ ਤੱਕ ਤਾਂ ਉਮੀਦਵਾਰਾਂ ਦੀ ਗੱਲ ਫਿਰਦੀ। ਸੋ ਮੈਨੂੰ ਲੱਗਦੀ ਹੈ ਵੀ ਭਗਵੰਤ ਸਿੰਘ ਮਾਨ ਤੋਂ ਜਿਹੜਾ ਹੈਗਾ ਨਾ ਹੁਣ ਅੱਕ ਗਿਆ ਮਨ ਅੱਕ ਗਿਆ ਕੇਜਰੀਵਾਲ ਦਾ। ਹਾਂਜੀ ਸਹੀ ਹੈ ਜੀ, ਕਿਆ ਤਾਂ ਫਿਰ ਆਏ ਆ ਨਾ ਵੀ ਉਹ ਅੜਿੱਕੇ ਬਣਦੇ ਆ, ਪਾਵਰ ਉੱਤੋਂ ਦੀ ਜਾਂਦੀ ਹੈ ਸੱਪ ਤਾਂ ਨੂੰ ਖੜਾ ਹੁੰਦਾ। ਢਿੱਲੋਂ ਸਾਹਿਬ, ਗੁਜਰਾਤ 'ਚ ਕੀ ਵਾਪਰਿਆ ਵੀ ਉੱਥੋਂ ਦੇ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ, ਫਿਰ ਨਵਾਂ ਮੁੱਖ ਮੰਤਰੀ ਬਣਾਇਆ, ਕੀ ਕਹਾਣੀ ਵਾਪਰੀ ਇਹ? ਵੈਸੇ ਜੇ ਰੂਪਾਨੀ ਅਸਤੀਫਾ ਦਿੰਦੇ ਨੇ, ਭੁਪਿੰਦਰ ਪਟੇਲ ਬਣਦੇ ਨੇ ਜੀ। ਜੇ ਹੁਣ ਤੁਸੀਂ ਮੈਨੂੰ ਪੁੱਛੋ ਨਾ ਕਿ ਜਿਸ ਨਾਰੇ ਤੇ ਨਰਿੰਦਰ ਮੋਦੀ ਸਾਹਿਬ ਨੇ ਦਿੱਲੀ ਦੀ ਸੱਤਾ ਹਾਸਲ ਕੀਤੀ ਹੈ, ਬਿਲਕੁਲ ਪ੍ਰਧਾਨ ਮੰਤਰੀ ਵਾਲੀ ਕੁਰਸੀ ਕੀਤੀ ਹੈ, ਹਾਸਲ ਕੀਤੀ ਹੈ, ਉਹ ਨਾਰੇ ਦਾ ਮੇਰਾ ਖਿਆਲ ਹੈ ਵੀ ਹੀਜ ਪਿਆਜ ਨੰਗਾ ਹੋ ਗਿਆ। ਅੱਛਾ ਜੀ। ਉਹ ਹਮੇਸ਼ਾ ਕਹਿੰਦੇ ਸੀ ਗੁਜਰਾਤ ਮਾਡਲ, ਔਰ ਉਹਦੇ ਗੁਜਰਾਤ ਮਾਡਲ ਦੇ ਮੁਕਾਬਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਕਹਿੰਦਾ ਪੰਜਾਬ ਮਾਡਲ ਕਿ ਗੁਜਰਾਤ ਮਾਡਲ ਤਾਂ ਕੁਝ ਵੀ ਨਹੀਂ ਸੀ, ਪੰਜਾਬ ਮਾਡਲ ਲੈ ਕੇ ਆਵਾਂਗੇ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਕਹਿੰਦੇ ਵੀ ਦਿੱਲੀ ਮਾਡਲ ਵੀ ਬੇਕਾਰ ਹੈ ਜੀ,
ਪੰਜਾਬ ਮਾਡਲ ਅਸੀਂ ਦੱਸਾਂਗੇ ਕਿ ਕੀ ਹੁੰਦਾ, ਇਹ ਤਾਂ ਅਜੇ ਇਹਨਾਂ ਨੇ ਦੱਸਣਾ, ਜਦੋਂ ਵੇਖਾਂਗੇ ਆਪਾਂ ਉਦੋਂ ਕੀ ਹੁੰਦਾ। ਲੇਕਿਨ ਜਿਸ ਗੁਜਰਾਤ ਮਾਡਲ ਦੇ ਨਾਂ ਦੇ ਉੱਤੇ ਬਹੁਤ ਲੰਬੇ ਸਮੇਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਉੱਥੇ ਕਾਬਜ ਹੈ, ਮੇਰਾ ਖਿਆਲ ਹੈ ਵੀ 12-13 ਸਾਲ ਤੱਕ ਜ਼ਿਆਦਾ ਹੀ ਹੋ ਗਏ ਜੀ। ਆਪ ਹੀ ਰਹੇ ਹੈ ਮੋਦੀ ਜੀ, ਔਰ ਉਹ ਤੋਂ ਬਾਅਦ ਫਿਰ ਆਨੰਦੀਬੇਨ ਪਟੇਲ ਆਨੰਦੀਬੇਨ ਆ ਗਈ, ਫਿਰ ਆਪਾਂ ਉਦੋਂ ਤੁਰੇ ਹੀ ਆਉਂਦੇ ਜੀ। ਆਨੰਦੀਬੇਨ ਪਟੇਲ ਤੋਂ ਬਾਅਦ ਫਿਰ ਇਹ ਆ ਗਏ ਆਪਣੇ ਵਿਜੇ ਰੂਪਾਨੀ ਹੁਣੀ। ਜੀ ਜੀ। ਆਨੰਦੀਬੇਨ ਪਟੇਲ ਨੂੰ ਵੀ 2017 ਤੋਂ ਪਹਿਲਾਂ ਜੀ ਦਸੰਬਰ ਮੇਰੇ ਖਿਆਲ 2016 ਦੇ ਵਿੱਚ ਚੋਣ ਹੋਣੀ ਹੈ, ਸ਼ਾਇਦ ਦਸੰਬਰ 2022 ਚੋਣਾਂ ਹੋਣੀਆਂ, ਹਾਂ 2 ਦਸੰਬਰ 2017 'ਚ। ਉਹ ਤੋਂ ਲਗਭਗ ਸਵਾ ਸਾਲ ਪਹਿਲਾਂ ਅਚਨਚੇਤ ਉਹਨੂੰ ਹਟਾਤਾ ਸੀ, ਛੁੱਟੀ ਕਰਤੀ ਸੀ। ਚਲੋ ਜੀ ਤੁਸੀਂ ਜਾਓ, ਤੇ ਵਿਜੇ ਰੂਪਾਨੀ ਸਾਹਿਬ ਆ ਗਏ ਸੀ। ਵਿਜੇ ਰੂਪਾਨੀ ਸਾਹਿਬ ਪਸੰਦ ਸੀ ਅਮਿਤ ਸ਼ਾਹ ਦੀ, ਔਰ ਵਿਜੇ ਰੂਪਾਨੀ ਸਾਹਿਬ ਨੇ ਆ ਕੇ ਆਪਣਾ ਕੰਮ ਚਲਾਇਆ, ਤੇ ਅਗਲੀ ਵਾਰੀ ਸਰਕਾਰ ਹੈ ਜਿਹੜੀ ਫੇਰ ਭਾਰਤੀ ਜਨਤਾ ਪਾਰਟੀ ਦੀ ਬਣ ਗਈ। ਹਾਲਾਂਕਿ ਜਿਹੜੀ 17 ਵਾਲੀ ਚੋਣ ਹੈ ਜੀ, ਉਹ ਬੜੀ ਸਖਤ ਚੋਣ ਸੀ। ਇਹ ਵੱਖਰੀ ਗੱਲ ਆ, ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੁਝ ਕਾਂਗਰਸ ਵਾਲਿਆਂ ਤੋਂ ਅਸਤੀਫੇ ਦਵਾ ਕੇ ਤੇ ਆਪਦੇ ਸ਼ਾਮਲ ਕਰ ਲਏ। ਲੇਕਿਨ ਜੇ ਆਪਾਂ ਦੇਖੀਏ ਤਾਂ ਉਹ ਸਭ ਤੋਂ ਸਖਤ ਚੋਣ ਸੀਗੀ ਜੀ। ਪਤਾ ਤਾਂ ਉਦੋਂ ਹੀ ਲੱਗ ਗਿਆ ਸੀ ਕਿ ਜਿਹੜੀ ਐਂਟੀ ਇਨਕੰਬੈਂਸੀ ਹੈ, ਉਹ ਐਂਟੀ ਇਨਕੰਬੈਂਸੀ ਭਾਰਤੀ ਜਨਤਾ ਪਾਰਟੀ ਨੂੰ ਨਾ ਚੱਲਣੀ ਪਵੇ, ਉਹ ਆਨੰਦੀਬੇਨ ਪਟੇਲ ਨੂੰ ਚੱਲਣੀ ਪੈ ਜੇ। ਹੁਣ ਉਹੀ ਚੀਜ਼ ਹੋਈ ਹੈ। ਚੋਣ 'ਚ ਦਸੰਬਰ ਚੋਣਾਂ ਹੋਣੀਆਂ ਜੀ, ਸਵਾ ਸਾਲ 1.5 ਸਾਲ ਪਿਆ ਹਾਲੇ ਤੱਕ, 1 ਸਾਲ 4-5 ਮਹੀਨੇ ਪਏ। ਉਹਨਾਂ ਚੋਣਾਂ ਤੋਂ ਪਹਿਲਾਂ ਜੀ ਇੱਕਦਮ ਜਿਹੜੇ ਹੈਗੇ ਆ ਵਿਜੇ ਰੂਪਾਨੀ ਸਾਹਿਬ ਅਸਤੀਫਾ ਦੇ ਦਿੰਦੇ, ਔਰ ਜਦੋਂ ਅਸਤੀਫਾ ਦਿੰਦੇ ਨਾਲ ਦੀ ਨਾਲ ਹੀ ਅਮਿਤ ਸ਼ਾਹ ਪਹੁੰਚਦੇ ਹੈ ਗੁਜਰਾਤ 'ਚ, ਤੇ ਇੱਕ ਨਵਾਂ ਬੰਦਾ ਭੁਪਿੰਦਰ ਪਟੇਲ ਜਿਹੜਾ ਪਹਿਲੀ ਵਾਰੀ MLA ਬਣੇ ਜੀ, ਉਸ ਬੰਦੇ ਨੂੰ ਚੱਕ ਕੇ ਤੇ ਮੁੱਖ ਮੰਤਰੀ ਬਣਾ ਦਿੰਦੇ। ਉਹ ਪਾਰਟੀ ਦੇ ਪਟੇਲ ਭਾਈਚਾਰੇ ਚੋਂ ਹੈ ਜੀ। ਹੁਣ ਇਹ ਕਹਿੰਦੇ ਕਿ ਚੋਣਾਂ ਤਾਂ ਅਸੀਂ ਨਰਿੰਦਰ ਮੋਦੀ ਦੇ ਨਾਂ ਤੇ ਲੜਨੀ ਹੈ। ਹਾਂ। ਪਰ ਹੁਣ ਵਿਜੇ ਰੂਪਾਨੀ ਦੇ ਦੌਰ ਦੇ ਵਿੱਚ ਕੀ ਕੁਛ ਹੋਇਆ ਜੀ, ਕਰੋਨਾ ਮਹਾਮਾਰੀ ਦਾ ਪ੍ਰਕੋਪ ਹੈ ਜਿਹੜਾ, ਇਹ ਤਾਂ ਸਾਰੀ ਦੁਨੀਆ ਤੇ ਸੀ। ਲੇਕਿਨ ਜੇ ਭਾਰਤ ਦੇ ਵਿੱਚ ਦੇਖੀਏ ਤਾਂ ਸਭ ਤੋਂ ਮਾੜੀ ਹਾਲਤ ਗੁਜਰਾਤ ਦੀ ਸੀ। ਟਿੱਪਣੀਆਂ ਬੜੀਆਂ ਅਦਾਲਤਾਂ ਦੀਆਂ ਸਰਕਾਰ ਦੇ ਖਿਲਾਫ ਆਈਆਂ, ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਵੀ ਹੈ ਜੀ। ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀ ਐਂਟੀ ਇਨਕੰਬੈਂਸੀ ਹੈ, ਜਿਹੜੀ ਸਥਾਪਤੀ ਵਿਰੋਧੀ ਲਹਿਰ ਹੈ, ਉਹਨੂੰ ਵਿਜੇ ਰੂਪਾਨੀ ਦੇ ਸਿਰ ਤੇ ਮੜ ਕੇ ਉਹਨੂੰ ਪਾਸੇ ਕਰਕੇ ਤੇ ਆ ਲੈ ਆਂਦਾ ਜੀ ਭੁਪਿੰਦਰ ਪਟੇਲ ਕੇ ਨਵਾਂ ਬੰਦਾ। ਭੁਪਿੰਦਰ ਪਟੇਲ ਦੇ ਬੇਟੇ ਦੀ ਮੈਂ ਇੰਟਰਵਿਊ ਸੁਣੀ, ਉਹ ਕਹਿੰਦਾ ਵੀ ਮੇਰਾ ਬਾਪ ਤਾਂ ਘਰੋਂ ਮੀਟਿੰਗ 'ਚ ਗਿਆ ਸੀ ਕਿ MLA ਦੀ ਮੀਟਿੰਗ ਹੋਣੀ ਹੈ ਤੇ MLA ਦੀ ਮੀਟਿੰਗ ਦੇ ਵਿੱਚ ਨਵਾਂ ਮੁੱਖ ਮੰਤਰੀ ਚੁਣਨਾ ਹੈ ਜੀ। ਸ਼ਾਇਦ ਉਹ ਡਿਪਟੀ ਮੁੱਖ ਮੰਤਰੀ ਦੇ ਉਹਦੇ ਦਿਮਾਗ 'ਚ ਵੀ ਜਿਹੜਾ ਡਿਪਟੀ ਮੁੱਖ ਮੰਤਰੀ ਹੈ ਉਸੇ ਨੂੰ ਬਣਾ ਦੇਣਾ। ਉਹਨੂੰ ਤਾਂ ਕਹਿੰਦਾ ਪਤਾ ਹੀ ਨਹੀਂ ਸੀ ਕਿ ਉੱਥੇ ਗਏ ਤਾਂ ਉਹਦਾ ਨਾਂ ਅਨਾਉਂਸ ਹੋ ਜਾਣਾ। ਇਹ ਫੈਸਲਾ ਉੱਪਰੋਂ ਹੀ ਹੋ ਗਿਆ। ਹੁਣ ਉਹਦਾ ਨਾਂ ਹੁੰਦਾ ਕਿ ਪਹਿਲੀ ਵਾਰ ਬਣਿਆ MLA, ਉਹਦੀ ਨੈਗੇਟਿਵਿਟੀ ਤਾਂ ਹੈ ਹੀ ਨਹੀਂ, ਨਾ ਐਕਸਪੀਰੀਅੰਸ ਨਾ ਹੀ ਨੈਗੇਟਿਵਿਟੀ ਹੈ। ਦੂਜੀ ਗੱਲ ਆ ਪਾਟੀਦਾਰ ਭਾਈਚਾਰੇ ਚ ਆ ਗਿਆ, ਔਰ ਪਾਟੀਦਾਰ ਪਟੇਲ ਭਾਈਚਾਰੇ ਦਾ ਅੰਦੋਲਨ ਕਿੱਡਾ ਵੱਡਾ ਚੱਲ ਚੁੱਕਿਆ। ਹਾਂ, ਇਹਦੇ ਨਾਲ 2-3 ਚੀਜ਼ਾਂ ਨੇ ਕਿ ਹਾਰਦਿਕ ਪਟੇਲ ਦਾ ਵੀ ਮੁਕਾਬਲਾ ਆ ਗਿਆ। ਹਾਂਜੀ, ਠੀਕ ਹੈ। ਇਹਦਾ ਕਰਕੇ ਮਤਲਬ ਜਿਹੜਾ ਹੈਗਾ ਜੀ, ਉਹਨਾਂ ਨੇ ਕੀਤਾ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਵਾਸਤੇ ਇੱਕ ਕਾਰਗਰ ਤਰੀਕਾ ਇਸਤੇਮਾਲ ਕਰਨ ਦਾ ਯਤਨ ਕੀਤਾ। ਉਹਨੇ ਦੇਖਣਾ ਪਏ ਹੈ ਕਿ ਇਹ ਲੋਕ ਇਹਨੂੰ ਪ੍ਰਵਾਨ ਕਰਦੇ। ਪਰ ਕਾਂਗਰਸ ਦੀ ਕੀ ਸਥਿਤੀ ਰਹੂ ਢਿੱਲੋਂ ਸਾਹਿਬ ਉੱਥੇ, ਮੌਜੂਦਾ ਸਥਿਤੀ? ਕਿਉਂਕਿ ਦੂਜੇ ਪਾਸੇ ਦੇਖੀਏ, ਇਹ ਤਾਂ ਹੁਣ ਇਹ ਕਹਿ ਸਕਦੇ ਵੀ ਕਾਂਗਰਸ ਤਾਂ ਆਪਣੇ ਬਲਬੂਤੇ ਤੇ ਉਹ ਸੂਬਾ ਖੜਾ ਹੋ ਸਕਦਾ, ਕੇਂਦਰ ਦੀ ਤਾਂ ਲੀਡਰਸ਼ਿਪ ਦੇ ਤਾਂ ਕੋਈ ਯੋਗਦਾਨ ਨਹੀਂ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਸੂਰਤ ਦੇ ਵਿੱਚ ਨਗਰ ਨਿਗਮ ਦੀ ਚੋਣ ਹੋਈ ਸੀ ਜੀ, ਔਰ ਉੱਥੇ ਕਾਂਗਰਸ ਪਾਰਟੀ ਫਾੜੀ ਰਹਿ ਗਈ ਸੀ ਤੇ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਰਿਪਲੇਸ ਕੌਣ ਕਰ ਰਿਹਾ ਹੈ ਜੀ? ਆਮ ਆਦਮੀ ਪਾਰਟੀ। ਔਰ ਕੇਜਰੀਵਾਲ ਉੱਥੇ ਉਚੇਚੇ ਤੌਰ ਤੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਗਿਆ ਸੀ। ਜਿਹੜੀ ਖਾਲੀ ਜਗ੍ਹਾ ਹੁੰਦੀ ਹੈ ਜੀ, ਉਹ ਲੋਕ ਭਰ ਦਿੰਦੇ। ਜੇ ਕਾਂਗਰਸ ਪਾਰਟੀ ਨੇ ਖਿਲਾਫ ਪੈਦਾ ਕਰਤਾ ਤੇ ਇਹਦਾ ਮਤਲਬ ਥੋੜਾ ਲੋਕ ਇਹ ਦੇਖਦੇ ਰਹਿਣਗੇ, ਉਹ ਤਾਂ ਫਿਰ ਕੋਈ ਹੋਰ ਆ ਜਾਂਦਾ। ਬਿਲਕੁਲ ਖਾਲੀ ਥਾਂ ਜੇ ਤੁਸੀਂ ਕੁਰਸੀ ਛੱਡ ਕੇ ਚਲੇ ਜਾਓਗੇ, ਇੱਥੇ ਇਹ ਕੁਰਸੀ ਤਾਂ ਖਾਲੀ ਨਹੀਂ ਰਹਿ ਸਕਦੀ, ਚੱਲਣਾ ਆ ਜਾਊਗਾ। ਹੁਣ ਆਪਾਂ ਕਈ ਵਾਰੀ ਚਲੇ ਜਾਂਦੇ ਅੱਗੇ ਪਿੱਛੇ ਚਲੇ, ਮੈਨੂੰ ਕੰਮ ਹੋ ਜਾਂਦਾ, ਤੁਹਾਨੂੰ ਹੋ ਜਾਂਦਾ, ਇਹ ਤਾਂ ਨਹੀਂ ਵੀ ਸਾਡਾ ਕੰਮ ਰੁਕ ਗਿਆ। ਬਿਲਕੁਲ, ਬੰਦੇ ਆ ਜਾਂਦੇ, ਕੰਮ ਚੱਲਦਾ ਰਹਿੰਦਾ। ਇਹ ਮਤਲਬ ਹੈ ਜਿਹੜੀ ਖਾਲੀ ਘੱਟ ਵੱਧ ਜ਼ਰੂਰ ਹੋ ਜਾਂਦਾ। ਐਂਟੀ ਇਨਕੰਬੈਂਸੀ ਜਿਹੜੀ ਹੈਗੀ, ਐਂਟੀ ਇਨਕੰਬੈਂਸੀ ਨੇ ਆਪਣਾ ਕੰਮ ਕਰਨਾ ਹੀ ਕਰਨਾ। ਉਹਦੀ ਥਾਂ ਦੇ ਤੇ ਜੇ ਕਾਂਗਰਸ ਨਾ ਆਜੂ, ਆਪ ਆਜੂ, ਕੋਈ ਹੋਰ ਆਜੂ। ਆਪਾਂ ਪੰਜਾਬ ਦੇ ਵਿੱਚ ਕਦੇ ਦੇਖਿਆ ਸੀ ਕਿ ਕਾਂਗਰਸ 33 ਸੀਟਾਂ, ਆਪਣੀ ਜਿਹੜੀ ਆਮ ਆਦਮੀ ਪਾਰਟੀ 4 ਪਾਰਲੀਮੈਂਟ ਦੀਆਂ ਸੀਟਾਂ ਨੇ, 33 ਸੀਟਾਂ ਦੇ ਤੇ ਇਹਨਾਂ ਦੀ ਲੀਡ ਹੋਊਗੀ। ਇਹ ਵੱਖਰੀ ਗੱਲ ਆ ਵੀ ਉਹਨਾਂ ਤੋਂ ਨਹੀਂ ਸਮਿਆ ਹੋ ਆਪਣਾ ਜਿਹੜਾ ਸੀ ਉਭਾਰ ਜੀ, ਤੇ 33 ਦੀ ਬਜਾਏ ਘਟ ਕੇ 20 ਤੇ ਆ ਗਈ ਸੀ। ਅੱਛਾ ਢਿੱਲੋਂ ਸਾਹਿਬ, ਥੋੜੀ ਜੀ ਗੱਲ ਆਪਾਂ ਹੋਰ ਕਰ ਲਈਏ। ਜਿਹੜਾ ਕਿਸਾਨਾਂ ਨੇ, ਕਿਉਂਕਿ ਹਰੇਕ ਬੰਦਾ ਸਵਾਲ ਕਰ ਰਿਹਾ ਹੁਣ ਵੀ ਕਿਸਾਨਾਂ ਨੇ ਇਹ ਗੱਲ ਕਿਉਂ ਕਹੀ ਕਿ ਤੁਸੀਂ ਉਦੋਂ ਤੱਕ ਟਾਲ ਦਿਓ ਜਿੰਨੀ ਦੇਰ ਚੋਣਾਂ ਦਾ ਐਲਾਨ ਨਹੀਂ ਹੁੰਦਾ ਆਪਦਾ
ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ। ਅਕਾਲੀ ਦਲ ਕਹਿੰਦਾ ਜੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ, ਉੱਥੇ ਆਪਾਂ ਗੱਲ ਵੀ ਸੁਣੀ, ਪਰ ਆਮ ਜਿਹੜੀ ਜਨਤਾ ਪੁੱਛ ਰਹੀ, ਮੈਂ ਤਾਂ ਇਹ ਮੇਰੇ ਮਨ 'ਚ ਤਾਂ ਇਹ ਸੀਗਾ ਵੀ ਇਹ ਜਿਹੜਾ ਭਾਈਚਾਰਕ ਸਾਂਝ ਹੈ ਉਹ ਕਿਸਾਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਲੜਾਈਆਂ ਹੋ ਰਹੀਆਂ, ਸ਼ਾਇਦ ਉਹ ਕਹਿੰਦੇ ਵੀ ਜੇ 2 ਮਹੀਨੇ ਟਲ ਜਾਣ ਤਾਂ ਚੰਗੀ ਗੱਲ ਆ, ਬਾਅਦ 'ਚ ਇੱਧਰੋਂ ਰੋਕ ਦਾਂਗੇ, ਸਾਰੇ ਉੱਧਰ ਬਿਜ਼ੀ ਹੋ ਜਾਣਗੇ। ਇਹ ਵੀ ਚੱਕਰ ਕੀ ਤੁਹਾਨੂੰ ਇਹਦਾ ਨਜ਼ਰੀਆ ਨਜ਼ਰ? ਮਕਸਦ ਤਾਂ ਉਹਨਾਂ ਦਾ ਇਹੋ ਹੀ ਹੈ। ਹਾਂ, ਮਕਸਦ ਉਹਨਾਂ ਦਾ ਇਹੀ ਹੈ। ਇਹ ਗੱਲਾਂ ਸਾਰੇ ਕਿਸਾਨ ਲੀਡਰ ਕਹਿ ਚੁੱਕੇ ਹੈ ਕਿ ਕਈ ਵਾਰੀ ਜਿਹੜੀਆਂ ਟੱਕਰਾਂ ਹੁੰਦੀਆਂ, ਫਰਜ਼ ਕਰੋ ਅਕਾਲੀ ਦਲ ਵਾਲੇ ਆ ਗਏ ਤੇ ਅਕਾਲੀ ਦਲ ਦਾ ਵਿਰੋਧ ਹੁੰਦਾ ਹੈ ਜੀ, ਉਹ ਕਹਿੰਦੇ ਕਿਸਾਨ ਨਹੀਂ ਵਿਰੋਧ ਕਰਨ ਵਾਲੀ ਗੱਲ, ਕਿਸਾਨਾਂ ਦੇ ਅਸੀਂ ਕਿਸਾਨਾਂ ਦੇ ਤਾਂ ਸਵਾਲ ਪੁੱਛਣੇ ਜੀ, ਪਰ ਜਿਹੜੇ ਲੋਕ ਆ ਕੇ ਵਾਇਲੈਂਟ ਹੁੰਦੇ ਆ, ਡੰਡੇ ਲੈ ਕੇ ਆਉਂਦੇ ਆ, ਉਹ ਜ਼ਿਆਦਾਤਰ ਕਹਿੰਦੇ ਉਹ ਹੁੰਦੇ ਆ ਜਿਹੜੇ ਦੂਜੀ ਪਾਰਟੀ ਦੇ ਲੋਕ ਹੁੰਦੇ ਆ, ਵਿਰੋਧੀ ਲੋਕ ਹੁੰਦੇ ਆ, ਵਿਰੋਧੀ ਪਾਰਟੀਆਂ ਦੇ ਬੰਦੇ ਹੁੰਦੇ ਆ, ਉਹ ਡੰਡੇ ਚੁੱਕ ਲੈਂਦੇ। ਪਿਛਲੇ ਦਿਨਾਂ 'ਚ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਇੱਕ ਇੰਟਰਵਿਊ ਸੁਣੀ ਹੋਣੀ ਜੀ। ਸੁਖਬੀਰ ਸਿੰਘ ਆਪਦੀ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਮੈਂ ਕੱਲੇ ਬੰਦੇ ਦਾ ਨਾਂ ਦੱਸਦਾ, ਸਾਡੇ ਕੋਲ ਤਸਵੀਰ ਹੈ ਕਿ ਇਹ ਆਪ ਵਾਲੇ ਤੇ ਕਾਂਗਰਸ ਵਾਲੇ ਸੀ ਜੀ, ਸਾਡੇ ਆ ਕੇ ਉਹ ਰੌਲਾ ਪਾਉਂਦੇ ਸੀ। ਬਿਲਕੁਲ ਠੀਕ ਹੈ। ਆਪ ਵਾਲੇ ਕਹਿੰਦੇ ਜੀ ਸਾਡੇ 'ਚ ਕਾਂਗਰਸ ਵਾਲੇ ਰੌਲਾ ਪਾਉਂਦੇ, ਅਕਾਲੀ ਦਲ ਵਾਲੇ ਰੌਲਾ ਪਾਉਂਦੇ। ਕਾਂਗਰਸ ਦੀ ਤਾਂ ਖੈਰ ਲੋੜ ਹੀ ਨਹੀਂ, ਕਿਉਂਕਿ ਕਾਂਗਰਸ ਆਪ ਦੇ ਕਾਟੋ ਕਲੇਸ਼ ਦੇ ਵਿੱਚ ਉਲਝੀ ਖੜੋਤੀ ਹੈ। ਜਿਹੜਾ ਉਹਨਾਂ ਨੇ ਗੱਲ ਕਹੀ ਸੀ ਤੇ ਥੱਲੋਂ ਵੀ ਲੋਕਾਂ ਦੇ ਵਿੱਚੋਂ ਇਹ ਆਵਾਜ਼, ਆਮ ਲੋਕਾਂ ਦੀ ਆਵਾਜ਼ ਹੈ ਕਿ ਕੋਈ ਐਡੀ ਛੇਤੀ ਅੱਗ ਨਹੀਂ ਲੱਗੀ ਸੀ। ਪਹਿਲਾਂ ਵੀ ਤਾਂ ਇਹ ਹੋਵੇ ਕਿ ਜਦੋਂ ਚੋਣ ਪ੍ਰੋਗਰਾਮ ਦਾ ਐਲਾਨ ਹੋ ਜਾਂਦਾ ਪਾਰਟੀਆਂ ਉਦੋਂ ਸਰਗਰਮ ਹੁੰਦੀਆਂ। ਤੁਸੀਂ ਪਹਿਲਾਂ ਐਡਵਾਂਸ ਸਰਗਰਮ ਨਾ ਹੋ, ਜੇ ਤੁਸੀਂ ਐਡਵਾਂਸ ਸਰਗਰਮ ਹੋਵੋਗੇ ਤੁਸੀਂ ਰੈਲੀਆਂ ਕਰੋਗੇ, ਦੋਨੇ ਤਰ੍ਹਾਂ ਰੈਲੀਆਂ ਕਰ ਰਹੀਆਂ, ਤਾਂ ਉਹ ਲੋਕ ਜਿਹੜੇ ਇਸ ਵੇਲੇ ਇੱਕ ਗੰਢ ਵੱਜੀ ਵੀ ਹੈ, ਉਹ ਕਿਸਾਨਾਂ ਦੇ ਰੂਪ ਦੇ ਵਿੱਚ ਫਿਰ ਅਕਾਲੀ, ਕਾਂਗਰਸੀ, ਆਪ, ਕਾਮਰੇਡ, ਉਹ ਉਹਨਾਂ 'ਚ ਵੰਡੇ ਜਾਣਗੇ ਜੀ। ਉਹਨਾਂ ਨੇ ਫਿਰ ਆਪੋ ਆਪਣੇ ਪਾਸੇ ਜਾਣਾ ਤੇ ਸਾਡਾ ਜਿਹੜਾ ਅੰਦੋਲਨ ਆ ਉਹ ਸਾਬੋਤਾਜ ਹੋਊਗਾ। ਜਿੱਥੇ ਅੰਦੋਲਨ ਪਹੁੰਚ ਗਿਆ ਇਹਨੂੰ ਉੱਥੇ ਰਹਿਣ ਦਿਓ। ਇਹ ਉਹਨਾਂ ਨੇ ਗੱਲ ਕਹੀ ਸੀਗੀ ਔਰ ਇਹਦੇ ਤੇ ਉਹਨਾਂ ਨੇ ਕਿਹਾ ਸੀ ਜੀ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹਾਂ। ਕਾਂਗਰਸ ਅਕਾਲੀ ਦਲ ਵਾਲਿਆਂ ਨੇ ਲਿਖਤੀ ਚਿੱਠੀ ਦੇ ਆਧਾਰ ਤੇ ਉਹਨਾਂ ਨੇ ਕਿਹਾ ਇਕੱਲੇ ਅਕਾਲੀ ਦਲ ਵਾਲੇ ਕੋਈ ਸਾਰਿਆਂ ਨੂੰ ਸੁਣ ਲਓ ਜੀ, ਸਾਰਿਆਂ ਨੂੰ ਸੁਣ ਲਓ। ਸਾਰਿਆਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ, ਜਿੱਥੇ ਕਹੋਗੇ ਉਵੇਂ ਕਰ ਲਓ। ਜਦੋਂ ਉਹਨਾਂ ਨੇ ਸਹਿਮਤੀ ਦਿੱਤੀ ਫਿਰ ਜਿਹੜਾ ਫੈਸਲਾ ਲੈ ਲਿਆ ਕਿਸਾਨਾਂ ਦਾ ਫੈਸਲਾ ਮੰਨਣਾ ਚਾਹੀਦਾ ਸੀ, ਮੰਨਿਆ ਨਹੀਂ। ਔਰ ਮੰਨਣ ਤੋਂ ਬਾਅਦ ਫਿਰ ਇੱਕ ਹੋਰ ਤਰੀਕੇ ਨਾਲ ਗੱਲ ਕਰਤੀ। ਹੁਣ ਕਈ ਗੱਲਾਂ ਗਾਂਹ ਟੱਪ ਜਾਂਦੀਆਂ। ਇਹਨਾਂ ਨੇ ਕਹਿ ਦਿੱਤਾ ਜੀ ਚਲੋ ਠੀਕ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੇ ਪ੍ਰੋਗਰਾਮ ਕਾਫੀ ਸਾਰੇ ਕੈਂਸਲ ਕਰਤੇ, ਅਗਾਂਹ ਭਾਵੇਂ ਫਿਰ ਸ਼ੁਰੂ ਕਰ ਲੈਣੇ, ਜਿਹੜੇ ਕੱਲ੍ਹ ਤੱਕ ਦੇ ਪ੍ਰੋਗਰਾਮ ਉਹਨਾਂ ਦੇ ਕੈਂਸਲ ਹੈ। ਨਾਲ ਇੱਕ ਫੈਸਲਾ ਉਹਨਾਂ ਨੇ ਇੱਕ ਗੱਲ ਕਹੀ ਸੀ ਕਿਸਾਨਾਂ ਨੇ ਕਿ ਜੇ ਤੁਸੀਂ ਸਾਡੇ ਸੱਚਮੁੱਚ ਹੀ ਸਾਥੀ ਹੋ, ਤੁਸੀਂ ਸਾਡੇ ਪ੍ਰਤੀ ਹਮਦਰਦੀ ਰੱਖਦੇ ਹੋ, ਸਾਡੇ ਅੰਦੋਲਨ ਪ੍ਰਤੀ ਹਮਦਰਦੀ ਰੱਖਦੇ ਹੋ, ਅਸੀਂ ਜਿੱਥੇ ਬੈਠੇ ਹਾਂ ਬੈਠੇ ਰਹਿੰਦੇ ਹੋ, ਸਾਡੇ ਚੁਣਾਓ। ਪਾਰਲੀਮੈਂਟ ਦਾ ਗੇਟ ਖੁੱਲ੍ਹਾ ਪਿਆ, ਤੁਸੀਂ ਆਪਣੇ MLA MPs ਨੂੰ ਲਿਜਾ ਕੇ ਉੱਥੇ ਧਰਨਾ ਮਾਰੋ ਜੀ। ਤੁਹਾਡੇ ਕੋਲੇ ਜੰਤਰ ਮੰਤਰ ਵੇਲਾ ਪਿਆ, ਤੁਸੀਂ ਜਾ ਕੇ ਉੱਥੇ ਧਰਨਾ ਮਾਰੋ। ਤੁਸੀਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੇ ਜਾ ਕੇ ਧਰਨਾ ਮਾਰੋ, ਤੁਹਾਨੂੰ ਕੌਣ ਰੋਕ ਸਕਦਾ? ਤੁਸੀਂ ਲੈ ਕੇ ਤੁਰੋ ਇਹਨਾਂ ਨੂੰ। ਉਹ ਗੱਲ ਨਹੀਂ ਮੰਨੀ। ਅਗਲੀ ਗੱਲ ਕਹਿਤੀ ਅਕਾਲੀ ਦਲ ਵਾਲਿਆਂ ਨੇ, ਲਓ ਜੀ ਕਹਿੰਦੇ ਅਸੀਂ ਜਾਵਾਂਗੇ 17 ਤਰੀਕ ਨੂੰ ਜਾਵਾਂਗੇ ਜਿੱਦਣ ਕਾਨੂੰਨ ਲਾਗੂ ਹੋਏ ਸੀ। ਕਹਿੰਦੇ ਕਾਲਾ ਦਿਨ ਆ ਉੱਤੇ, ਕਾਲਾ ਤਵਸਰ ਲਾਗੂ ਨਹੀਂ ਨਾ ਜੀ ਹੋਏ। ਆਹੀ ਤਾਂ ਤਰੀਕ ਹੈ, ਇੱਥੇ ਤਾਂ ਮਾਰ ਖਾ ਗਏ, ਇੱਥੇ ਹੀ ਮਾਰ ਖਾ ਗਏ ਨਾ। ਲਾਗੂ 17 ਅਸਲ ਦੇ ਵਿੱਚ ਜਿਹੜੇ ਕਾਨੂੰਨਾਂ ਦੀ ਬਣਤਰ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਜਿੱਦੇ ਕੈਬਨਿਟ ਨੇ ਆਰਡੀਨੈਂਸ ਬਣਾਇਆ। ਆਰਡੀਨੈਂਸ ਤੋਂ ਬਾਅਦ ਜਿਹੜਾ ਬਿੱਲ ਬਣਾਉਣ ਦੀ ਲੋੜ ਨਹੀਂ ਪੈਂਦੀ, ਉਹ ਆਰਡੀਨੈਂਸ ਹੀ ਬਿੱਲ ਹੁੰਦਾ ਹੈ। ਉਸੇ ਆਰਡੀਨੈਂਸ ਨੂੰ ਮੁੜ ਕੇ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਵਾਉਣਾ ਹੁੰਦਾ ਹੈ। ਆਰਡੀਨੈਂਸ ਜਦੋਂ ਪਾਸ ਹੋਇਆ ਤੇ ਆਰਡੀਨੈਂਸ ਦੇ ਪਾਸ ਹੋਣ ਵਾਲੀ ਮੀਟਿੰਗ ਦਾ ਬੀਬਾ ਜੀ ਹਿੱਸੇਦਾਰ ਸੀ ਜੀ, ਉਹਨਾਂ ਦਾ ਹਿੱਸਾ ਸੀਗੇ। 17 ਵਾਲੀ ਜਿਹੜੀ ਗੱਲ ਕਰਦੇ ਆ 17 ਸਤੰਬਰ ਨੂੰ ਤਾਂ ਉਹ ਲੋਕ ਸਭਾ 'ਚ ਪੇਸ਼ ਹੋਇਆ। ਇਹਨਾਂ ਨੇ ਉੱਥੇ ਕਹਿਤਾ ਜੀ ਅਸੀਂ ਅਸਤੀਫਾ ਦਿੰਦੇ ਤੇ ਅਸੀਂ ਬਾਹਰ ਆ ਗਏ, ਤੇ ਸ਼ਾਮ ਨੂੰ ਉਹ ਪਾਸ ਹੋ ਗਿਆ ਜੀ। 17 ਤੋਂ ਬਾਅਦ ਫਿਰ ਉਹ ਰਾਜ ਸਭਾ 'ਚੋਂ ਪਾਸ ਹੁੰਦਾ, ਲਾਗੂ ਤਾਂ ਨਹੀਂ ਹੋਇਆ। ਰਾਜ ਸਭਾ 'ਚੋਂ ਪਾਸ ਹੋਣ ਤੋਂ ਬਾਅਦ ਫਿਰ ਉਹ ਰਾਸ਼ਟਰਪਤੀ ਕੋਲੇ ਜਾਂਦੇ। ਜਿੰਨੀ ਦੇਰ ਰਾਸ਼ਟਰਪਤੀ ਨੇ ਉਹਦੇ ਉੱਤੇ ਦਸਤਖਤ ਨਹੀਂ ਕੀਤੇ ਉਹ ਕਾਨੂੰਨ ਨਹੀਂ ਬਣ ਗਿਆ ਜੀ। ਕਾਨੂੰਨ ਹੁਣ ਭਾਵੇਂ ਬਣ ਗਿਆ ਪਰ ਲਾਗੂ ਤਾਂ ਅਜੇ ਤੱਕ ਵੀ ਨਹੀਂ ਹੋਇਆ। ਹੁਣ ਵੀ ਸੁਪਰੀਮ ਕੋਰਟ 'ਚ ਹੋਲਡ ਕੀਤਾ ਪਿਆ। ਇਹਨਾਂ ਨੇ ਵੀ, ਸਰਕਾਰ ਨੇ ਵੀ ਹੋਲਡ ਕਰ ਲਿਆ। ਹਾਂ ਹੁਣ ਸਰਕਾਰ ਨੇ ਹੋਲਡ ਤਾਂ ਹੀ ਕੀਤਾ ਨਾ ਕਿ ਸੁਪਰੀਮ ਕੋਰਟ 'ਚੋਂ ਆ ਗਿਆ। ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਸਰਕਾਰ ਨੇ ਹਲੇ ਤੱਕ ਪਾਈ ਨਹੀਂ, ਇਹਦੀ ਸੁਣਵਾਈ ਜਲਦੀ ਕੀਤੀ ਜਾਵੇ, ਕਿਉਂਕਿ ਸਰਕਾਰ ਨੂੰ ਵੀ ਪਤਾ ਵੀ ਅਸੀਂ ਫਸੇ ਪਏ। ਹੁਣ ਇੱਥੇ ਉਹ ਕਹਿੰਦੇ ਜੀ ਅਸੀਂ ਕਾਲਾ ਦਿਨ ਮਨਾਵਾਂਗੇ। ਮੈਂ ਨਹੀਂ ਆਪਦੇ ਵੱਲੋਂ ਕਹਿੰਦਾ, ਲੇਕਿਨ ਸੰਧਮਾਲਾ MLA ਜਿਹੜਾ ਆਪਣੇ ਕੁਲਤਾਰ ਸਿੰਘ ਨੇ ਕਹਿੰਦਾ, ਕਹਿੰਦੇ ਜੀ ਠੀਕ ਹੈ ਮਨਾਓ ਕਾਲਾ ਦਿਨ। ਜੇ ਕਾਲਾ ਦਿਨ ਮਨਾਉਣਾ ਤੇ ਕਹਿੰਦੇ ਕਾਲਾ ਦਿਨ ਐ ਨਾ ਮਨਾਓ, ਤੁਸੀਂ ਆਪਦੇ ਮੂੰਹ ਦੇ ਉੱਤੇ ਕਾਲ ਸੰਭਾਲ ਲਓ। ਅੱਛਾ, ਮੂੰਹ ਕਾਲਾ ਕਰਕੇ ਜਾਓ, ਮਨਾਓ। ਕਹਿੰਦੇ ਥੋੜੀ ਬਦੌਲਤ ਤਾਂ ਸਾਰਾ ਕੁਝ ਹੋਇਆ। ਉਹ ਬੜਾ ਅੱਜ ਫਿਰ ਚਰਨਜੀਤ ਨੇ ਬਿਆਨ ਦਿੱਤਾ ਕਾਫੀ ਕੁਝ। ਅੱਛਾ ਹਾਂ। ਹੁਣ ਉਹ ਕਹਿ ਰਿਹਾ ਨਾਲ ਫਿਰ ਲੋਕ ਸਾਰਾ ਕੁਝ ਪੁਰਾਣਾ ਚੱਕ ਲੈਂਦੇ ਵੀ ਤੁਹਾਡੇ ਭਾਸ਼ਣ ਕੀ ਸੀਗੇ। ਇਸ ਕਿਸਮ ਦੀਆਂ ਗੱਲਾਂ ਪਤਾ ਹੁੰਦੀਆਂ। ਇਹਦਾ ਮਤਲਬ ਇਹ ਹੈ ਵੀ ਕਿਉਂਕਿ ਪੋਲੀਟੀਕਲ ਬੰਦੇ ਰਹਿ ਨਹੀਂ ਸਕਦੇ। ਅਗਲੀ ਗੱਲ ਇਤਰਾਜ਼ ਆ ਅਕਾਲੀ ਦਲ ਵਾਲਿਆਂ ਨੂੰ ਤੇ ਆਪ ਵਾਲਿਆਂ ਨੂੰ ਇਤਰਾਜ਼ ਆ। ਆਪ ਵਾਲਿਆਂ ਦਾ ਇਤਰਾਜ਼ ਤਾਂ ਮੇਰੇ ਸਮਝ ਆਉਂਦਾ ਜੀ ਵੀ ਸਰਕਾਰ ਨੂੰ ਤਾਂ ਇਜਾਜ਼ਤ ਦਿੱਤੀ ਜੀ,
ਕਿ ਸਰਕਾਰ ਆਪਣੇ ਫੰਕਸ਼ਨ ਕਰ ਸਕਦੀ ਹੈ, ਛੋਟੇ ਛੋਟੇ ਫੰਕਸ਼ਨ ਕਰ ਲੇ, ਕੁਛ ਕਰ ਲੇ। ਅੱਜ ਅਮਰਿੰਦਰ ਸਿੰਘ ਬਾਹਰ ਨਿਕਲਿਆ ਵੀ ਹੈ, ਜੀ। ਹੁਸ਼ਿਆਰਪੁਰ ਦੇ ਵਿੱਚ ਗਿਆ, ਉਹਨੇ ਜਾ ਕੇ ਕੀਤੀ, ਕੱਲ ਨੂੰ ਕਰਾਂਗੇ ਡਿਟੇਲ ਚ ਆਪਾਂ ਉਹਦੇ ਚ ਗੱਲ। ਪਰ ਉਹ ਕਹਿੰਦੇ ਜੀ ਸਰਕਾਰ ਕੋਲੇ ਤਾਂ ਫਿਰ ਬਹਾਨਾ ਕਾਂਗਰਸ ਦਾ ਪ੍ਰਚਾਰ ਹੁੰਦਾ ਜੀ, ਤੇ ਇਹਦੇ ਨਾਲ ਫਿਰ ਦਾਨੇਵਾਲੀਆ ਸਾਹਿਬ ਅਕਾਲੀ ਦਲ ਵਾਲਿਆਂ ਕੋਲੇ ਵੀ ਹੈਗਾ ਮੌਕਾ। ਹਾਂ, ਉਹਨਾਂ ਦੇ ਕੋਲ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ। ਹਾਂਜੀ, ਸਾਰੇ ਥਾਵਾਂ ਤੇ ਉਹਨਾਂ ਇਸ ਵੇਲੇ ਜਿਹੜੀਆਂ ਅਕਾਲੀ ਦਲ ਦੀਆਂ ਰੈਲੀਆਂ ਹੁੰਦੀਆਂ, ਉਹਨਾਂ ਰੈਲੀਆਂ 'ਚ ਜਿਹੜੇ ਕਮਿਸ਼ਨਰ ਆਉਂਦੇ, ਜਿਹੜੇ ਢਾਡੀ ਆਉਂਦੇ ਆ, ਕੌਣ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਬਿਲਕੁਲ, ਉਹ ਕੱਢ ਕੇ ਦੇਖ ਲਓ, ਸਾਰੇ ਦੇ ਸਾਰੇ ਉਹ ਹੈ। ਸੇਵਾਦਾਰ ਈਵਨ ਇੱਥੋਂ ਤੱਕ ਹੈ ਕਿ ਜਿਹੜੇ ਹੈਗੇ ਥੋੜੇ ਟਾਸਕ ਫੋਰਸ ਵਾਲੇ ਬੰਦੇ ਵੀ ਹੁਣ ਵਿੱਚ ਲਾਉਣ ਲੱਗ ਗਏ। ਜਿਹੜੇ ਹੁਣ ਜਿਨ੍ਹਾਂ ਨੂੰ SOI ਦੇ ਲੀਡਰ ਕਿਹਾ ਵਰਕਰ ਕਿਹਾ ਜਾਂਦਾ ਹੈ ਜੀ, ਉਹ ਤਾਂ ਕਹਿੰਦੇ ਟਾਸਕ ਫੋਰਸ ਵਾਲੇ ਡਾਂਗਾ ਲੈ ਕੇ ਆਉਂਦੇ। ਚਰਨਜੀਤ ਦੀ ਗੱਲ ਸੁਣਾ ਦੇ ਥੋੜੀ। ਸੁਣਾ ਦੇ ਲਓ। ਦੇ ਵਿੱਚ ਜਾ ਕੇ ਕੋਈ ਪ੍ਰਦਰਸ਼ਨ ਕਰ। ਦੇਖੋ, ਮੈਂ ਸਮਝਦਾ ਕਿ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਕੀ ਦੁੱਖ ਹੈ ਜੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਕੋਈ ਪ੍ਰਦਰਸ਼ਨ ਕਰ ਰਹੇ ਹਾਂ। ਇਸ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਦੀ ਸਲਾਹ ਤੇ ਸਾਡੀ ਪਾਰਟੀ ਦੀ ਲੀਡਰਸ਼ਿਪ ਦੀ ਸਲਾਹ ਦੇ ਉੱਤੇ ਅਸੀਂ 17 ਤਰੀਕ ਨੂੰ ਕਾਲਾ ਦਿਵਸ ਮਨਾਉਣ ਜਾ ਰਹੇ ਹਾਂ, ਜਿਸ ਦਿਨ ਕਾਨੂੰਨ ਬਣੇ। ਔਰ ਰਹੀ ਗੱਲ ਸੰਧਵਾ ਸਾਹਿਬ, ਤੁਸੀਂ ਆਰਡੀਨੈਂਸ ਦੀ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਜਿਹੜੀ ਕਾਨੂੰਨ ਦੇ ਹੱਕ 'ਚ ਬੋਲਣ ਦੀ ਗੱਲ ਕੀਤੀ ਹੈ। ਸੈਂਕੜੇ ਨਹੀਂ ਹਜ਼ਾਰਾਂ ਵਾਰ ਕਲੀਅਰ ਕਰ ਚੁੱਕੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੈਬਨਿਟ ਦੇ ਵਿੱਚ ਭਰੋਸਾ ਦਿੱਤਾ। 3 ਮੰਤਰੀਆਂ ਨੇ ਉਹਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਿਆ ਸੀ। ਇਸ ਕਰਕੇ ਜੋ ਕਿਸਾਨਾਂ ਦੀਆਂ ਖਦਸ਼ੇ ਹੋਣਗੇ ਜਾਂ ਜੋ ਕਿਸਾਨਾਂ ਦੀਆਂ ਸਲਾਹਾਂ ਹੋਣਗੀਆਂ, ਜਦੋਂ ਐਕਟ ਬਣਾਵਾਂਗੇ ਉਦੋਂ ਵਿੱਚ ਜੋੜ ਲਿਆ ਜਾਵੇਗਾ। ਅਸੀਂ ਤਾਂ ਕੀਤਾ ਸੀ। ਤੇ ਜਦੋਂ ਉਹਨਾਂ ਨੇ ਕਿਸਾਨਾਂ ਦੀ ਸਲਾਹ ਦੇ ਮੁਤਾਬਕ ਕਾਨੂੰਨ ਰੱਦ ਕਰਨਾ ਨਹੀਂ ਮੰਨਿਆ, ਜਾਂ ਜੋ ਸੰਸ਼ੋਧਨ ਜਾਂ ਜੋ ਤਰਤੀਬਾਂ ਕਰਨੀਆਂ ਨਹੀਂ ਮੰਨੀਆਂ, ਤਾਂ ਅਸੀਂ ਅੱਖ ਚੱਕ ਪਾ ਕੇ ਵੋਟ ਵੀ ਖਿਲਾਫ ਪਾ ਕੇ ਆਏ, ਮੰਤਰੀਸ਼ਿਪ ਤੋਂ ਵੀ ਅਸਤੀਫਾ ਦਿੱਤਾ ਔਰ ਪਾਰਟੀ ਨਾਲੋਂ ਵੀ ਨਾਤਾ ਤੋੜਿਆ। ਔਰ ਤੁਹਾਡੇ MLA ਤਾਂ ਬਾਈਕਾਟ ਕਰਕੇ ਹੀ ਆ ਗਏ ਸੀ। ਕਿਸਾਨ ਜਥੇਬੰਦੀਆਂ ਦੀ ਸਖਤ ਹਦਾਇਤ ਸੀ ਕਿ ਜਿਹੜਾ ਬਾਈਕਾਟ ਕਰੂਗਾ ਅਸੀਂ ਉਹਨੂੰ ਮੰਨਾਂਗੇ ਨਹੀਂ, ਜਿਹੜਾ ਖਿਲਾਫ ਵੋਟ ਪਾਊਗਾ ਉਹਨੂੰ ਹੀ ਮੰਨਾਂਗੇ। ਸਿਵਾਏ ਸ਼੍ਰੋਮਣੀ ਅਕਾਲੀ ਦਲ ਤੋਂ ਤਾਂ ਕਿਸੇ ਨੇ ਖਿਲਾਫ ਵੋਟ ਪਾਈ ਨਹੀਂ। ਤੇ ਤੁਹਾਡੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਨੋਟੀਫਿਕੇਸ਼ਨ ਕਰਕੇ ਇਹ ਕਾਨੂੰਨ ਲਾਗੂ ਵੀ ਕਰਤੇ। ਕਿਸਾਨਾਂ ਤੋਂ ਤੁਸੀਂ ਬਿਜਲੀ ਦੇ ਬਿੱਲ ਵੀ ਲਈ ਜਾਂਦੇ ਹੋ। ਫਿਰ ਤੁਸੀਂ ਬੜਾ ਪ੍ਰਚਾਰ ਹੈ ਕਿ ਅਸੀਂ ਤਾਂ ਸਵਾਮੀਨਾਥਨ ਕਮੇਟੀ ਦੇ ਮੁਤਾਬਕ ਕਣਕ ਤੇ ਝੋਨਾ ਖਰੀਦਦੇ ਆ। ਉਹ ਕਿਸਾਨ ਜਥੇਬੰਦੀਆਂ ਨੇ ਨਰੇਲਾ ਮੰਡੀ 'ਚ ਤੁਹਾਡਾ ਜਲੂਸ ਕੱਢਿਆ ਕਿ ਤੁਸੀਂ ਤਾਂ MSP ਤੋਂ ਵੀ ਥੱਲੇ ਖਰੀਦਦੇ ਹੋ। ਇਸ ਕਰਕੇ ਕੱਲਾ ਐਵੇਂ ਫੋਕੀ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਕਿਸੇ 5 ਵਾਰ ਦੇ ਰਹੇ ਮੁੱਖ ਮੰਤਰੀ ਬਾਰੇ ਜਿਸ ਕਿਸਮ ਦੇ ਤੁਸੀਂ ਸ਼ਬਦ ਵਰਤਦੇ ਹੋ, ਕਿਰਪਾ ਕਰਕੇ ਇਹਨਾਂ ਤੋਂ ਵੀ ਬਾਜ਼ ਆ ਜਾਓ। ਇਹ ਜਾਤੀ ਤੌਰ ਵਾਲੀਆਂ ਗੱਲਾਂ ਬਹੁਤੀਆਂ ਠੀਕ ਨਹੀਂ ਹੈਗੀਆਂ। ਪਾਰਟੀ ਦਾ ਵਰਜਨ ਦਿਓ ਤੇ ਪਾਰਟੀ ਦੇ ਮੁਤਾਬਕ ਗੱਲ ਕਰੋ। ਜੀ, ਢਿੱਲੋਂ ਸਾਹਿਬ, ਮੇਰੇ ਖਿਆਲ ਮੈਂ ਤਾਂ ਨਹੀਂ 3 ਮੰਤਰੀਆਂ ਦੀ ਕਿਤੇ ਪ੍ਰੈਸ ਕਾਨਫਰੰਸ ਦੇ ਵੀ ਸੁਣਿਆ ਵੀ ਇਤਰਾਜ਼ ਕੀਤੇ ਸੀ। ਤੁਸੀਂ ਸੁਣਿਆ ਕਿਤੇ? ਨਾ। ਇਹ ਤਾਂ ਫਿਰ ਆਪਦੀ ਮਰਜ਼ੀ ਨਾਲ ਹੀ। ਉਹਨੂੰ ਕਈ ਵਾਰੀ ਜਿਵੇਂ ਚਲੋ ਚਰਨਜੀਤ, ਅਸੀਂ ਬਤੌਰ ਇੱਕ ਬਜ਼ੁਰਗ ਸੀਨੀਅਰ ਸਿਟੀਜ਼ਨ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ ਜੀ, ਲੇਕਿਨ ਬਤੌਰ ਮੁੱਖ ਮੰਤਰੀ ਜਾਂ ਜੇ ਬਜ਼ੁਰਗੀ ਦੀ ਹਾਲਤ ਦੇ ਵਿੱਚ ਉਹਨਾਂ ਨੇ ਕਿਸਾਨ ਕਾਨੂੰਨਾਂ ਦੀ ਹਮਾਇਤ ਕੀਤੀ ਹੈ, ਉਹਦਾ ਉਦੋਂ ਬਾਅਦ ਬੋਲੇ ਨਹੀਂ। ਹਮਾਇਤ ਤੋਂ ਬਾਅਦ ਵਿਰੋਧ ਬੋਲੇ ਨਹੀਂ। ਵਿਰੋਧ ਦੇ ਵਿੱਚ ਬੋਲੇ ਨਹੀਂ। ਅੱਜ ਤੱਕ ਉਹਨਾਂ ਨੇ ਖੰਡਨ ਨਹੀਂ ਕੀਤਾ। ਉਹਨਾਂ ਨੇ ਕਿਹਾ ਭਾਈ ਮੈਂ ਨੂੰ ਭਰੋਸਾ ਦਿੱਤਾ ਗਿਆ ਸੀ, ਮੈਂ ਉਸ ਭਰੋਸੇ ਨੂੰ ਤੇ ਇਤਵਾਰ ਕਰਕੇ ਗੱਲ ਕਹਿ ਬੈਠਾ ਤੇ ਹੁਣ ਭਰੋਸਾ ਟੁੱਟ ਗਿਆ। ਹੁਣ ਅਸੀਂ ਉਹਦਾ ਵਿਰੋਧ ਕਰਦੇ ਹਾਂ। ਵਿਰੋਧ ਨਹੀਂ ਕੀਤਾ ਉਹਨਾਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। ਫਿਲਹਾਲ ਇੱਕ ਬ੍ਰੇਕ।